ਰਜ਼ੂਲ ਹਮਜ਼ਾ ਤੋਪ ਦੀ ਕਿਤਾਬ ਦਾਗਿਸਤਾਨ ਭਾਗ ਦੂਜਾ। ਇਸ ਕਿਤਾਬ ਦੇ ਭਾਵ ਤੇ ਇਸ ਦੇ ਨਾਂ ਬਾਰੇ। ਦਿਨ ਤਿਉਹਾਰ ਨੂੰ ਦਿੰਦਾ ਹੈ ਇਹ ਖੁਸ਼ੀਆਂ ਦਾ ਸੰਦੇਸ਼, ਕਦੀ ਇਹਦੀ ਟੁਣਕਾਰ ਸੁਣਾਵੇ ਬਿਪਤਾ ਅਤੇ ਕਲੇਸ਼। ਘੜਿਆਲ ਉੱਤੇ ਉਕਰੇ ਸ਼ਬਦ, ਸੁਰਬੀਰ ਸੀ ਪਿਤਾ, ਸਤਿਆਵਾਨ ਸੀ ਪਿਤਾ, ਸਦਾ ਰਿਹਾ ਹਮਜ਼ਾ ਨਾਮ ਉਸਦਾ ਸੰਭਾਲੀ ਇੱਥੇ ਸੋ ਰਿਹਾ ਏ ਬਾਲ ਨਿੱਕਾ ਜਿਹਾ, ਵੱਡਾ ਹੋ ਕੇ ਉਸਦਾ ਖੰਜਰੇ ਗਲ ਵਿੱਚ ਪਾਏਗਾ, ਲਾਜ ਉਸਦੇ ਨਾਮ ਨੂੰ ਨਹੀਂ ਇਹ ਕਦੀ ਵੀ ਲਾਏਗਾ। ਪੰਗੂੜੇ ਉੱਤੇ ਉਕਰੇ ਸ਼ਬਦ, ਆਮ ਤੌਰ ਉੱਤੇ ਭੇਡ ਦੀ ਉਲਟਾਈ ਖੱਲ ਦਾ ਬਣਿਆ ਹੋਇਆ ਲੰਮਾ ਜਿਹਾ ਖੁੱਦੜ ਜਿਹਾ ਕਾਕੇਸ਼ੀਆਈ ਟੋਪ, ਉੱਪਰਲਾ ਪੱਧਰਾ ਹਿੱਸਾ ਕੱਪੜੇ ਨਾਲ ਢਕਿਆ ਹੁੰਦਾ ਹੈ। ਪਹਾੜਾਂ ਵਿੱਚ ਰਹਿਣ ਵਾਲੀ ਲਈ ਦੋ ਚੀਜ਼ਾਂ ਪਿਆਰੀਆਂ ਹੋਣੀਆਂ ਚਾਹੀਦੀਆਂ ਹਨ, ਆਪਣਾ ਪਾਪਾ ਖਾਂ ਤੇ ਆਪਣਾ ਨਾਂ। ਸਿਰਫ ਉਹ ਬੰਦਾ ਹੀ ਜਿਸ ਦਾ ਆਪਣੇ ਪਾਪਾ ਖਾਂ ਹੇਠਾਂ ਸਿਰ ਹੈ ਇਸ ਟੋਪ ਨੂੰ ਪਾ ਕੇ ਰੱਖ ਸਕੇਗਾ। ਸਿਰਫ ਉਹ ਬੰਦਾ ਹੀ ਜਿਸ ਦੇ ਦਿਲ ਵਿੱਚ ਅੱਗ ਹੈ ਆਪਣੇ ਨਾਂ ਨੂੰ ਪਾਕ ਪਵਿੱਤਰ ਰੱਖ ਸਕੇਗਾ। ਸਾਡੀਆਂ ਸਕਲੀਆਂ ਦੀ ਚਾਰ ਦੀਵਾਰੀ ਦੇ ਉੱਪਰਲੀ ਛੱਤ ਗੋਲੀਆਂ ਦੇ ਕਈ ਨਿਸ਼ਾਨਾਂ ਨਾਲ ਭਰੀ ਹੋਈ ਹੈ। ਮੇਰੇ ਪਿਤਾ ਜੀ ਦੇ ਦੋਸਤ ਆਪਣੀਆਂ ਪਿਸਤੌਲਾਂ ਵਿੱਚੋਂ ਛੱਤ ਉੱਤੇ ਗੋਲੀਆਂ ਚਲਾਉਂਦੇ ਤਾਂ ਕਿ ਆਸ-ਪਾਸ ਦੇ ਪਹਾੜਾਂ ਵਿੱਚ ਦੂਰ ਉੱਪਰ ਆਪਣੇ ਆਲ੍ਹਣਿਆਂ ਵਿੱਚ ਬੈਠੇ ਉਕਾਵਾਂ ਨੂੰ ਪਤਾ ਲੱਗ ਜਾਏ ਕਿ ਉਹਨਾਂ ਦਾ ਭਰਾ ਪੈਦਾ ਹੋਇਆ ਹੈ। ਕੀ ਦਾਗਿਸਤਾਨ ਵਿੱਚ ਇੱਕ ਹੋਰ ਉਕਾਵ ਪੈਦਾ ਹੋ ਗਿਆ ਹੈ? ਬੇਸ਼ੱਕ ਗੋਲੀ ਚਲਾਉਣਾ ਪੁੱਤਰ ਪੈਦਾ ਨਹੀਂ ਕਰੇਗਾ, ਪਰ ਪੁੱਤਰ ਦਾ ਜਨਮ ਮਨਾਉਣ ਲਈ ਗੋਲੀ ਲੱਭਣੀ ਹਮੇਸ਼ਾ ਲਾਜ਼ਮੀ ਹੈ। ਮੇਰੇ ਪਿਤਾ ਜੀ ਦੇ ਇੱਕ ਦੋਸਤ ਨੇ ਮੇਰੇ ਸਨਮਾਨ ਵਿੱਚ 2 ਗੋਲੀਆਂ ਚਲਾਈਆਂ, ਛੱਤ ਵਿੱਚ ਜਦੋਂ ਮੈਂ ਜਨਮਿਆ ਤੇ ਫਰਸ਼ ਉੱਤੇ ਜਦੋਂ ਮੇਰਾ ਨਾਂ ਰੱਖਿਆ ਗਿਆ। ਮੇਰੇ ਪਿਤਾ ਜੀ ਦੇ ਇੱਕ ਦੋਸਤ ਨੇ ਮੇਰੇ ਸਨਮਾਨ ਵਿੱਚ 2 ਗੋਲੀਆਂ ਚਲਾਈਆਂ, ਛੱਤ ਵਿੱਚ ਜਦੋਂ ਮੈਂ ਜਨਮਿਆ ਤੇ ਫਰਸ਼ ਉੱਤੇ ਜਦੋਂ ਮੇਰਾ ਨਾਂ ਰੱਖਿਆ ਗਿਆ। ਮਾਂ ਨੇ ਮੈਨੂੰ ਦੱਸਿਆ ਕਿ ਮੇਰਾ ਨਾਂ ਕਿਸ ਤਰ੍ਹਾਂ ਰੱਖਿਆ ਗਿਆ ਸੀ। ਮੈਂ ਆਪਣੇ ਪਰਿਵਾਰ ਵਿੱਚ ਤੀਜਾ ਬੇਟਾ ਸਾਂ। ਇੱਕ ਕੁੜੀ ਵੀ ਸੀ ਮੇਰੀ ਭੈਣ, ਪਰ ਅਸੀਂ ਮਰਦਾਂ ਦੀ ਗੱਲ ਕਰ ਰਹੇ ਹਾਂ, ਬੇਟੀਆਂ ਦੀ। ਪਹਿਲੇ ਬੇਟੇ ਦੇ ਨਾਂ ਦਾ ਉਸਦੇ ਜਨਮ ਤੋਂ ਵੀ ਬਹੁਤ ਪਹਿਲਾਂ ਪਤਾ ਸੀ, ਕਿਉਂਕਿ ਰੀਤ ਅਨੁਸਾਰ ਉਸਨੂੰ ਆਪਣੇ ਸਵਰਗਵਾਸੀ ਬਾਬੇ ਦਾ ਨਾਂ ਦਿੱਤਾ ਜਾਂਦਾ ਹੈ। ਆਉਲ ਦੇ ਹਰ ਵਾਸੀ ਨੂੰ ਇਹ ਯਾਦ ਸੀ ਤੇ ਸਾਰੇ ਕਹਿੰਦੇ ਸਨ ਕਿ ਹਮਜ਼ਾਦ ਪਰਿਵਾਰ ਵਿੱਚ ਜਲਦੀ ਹੀ ਇੱਕ ਹੋਰ ਮੁਹੰਮਦ ਪੈਦਾ ਹੋਵੇਗਾ। ਮੇਰੇ ਬਾਬੇ ਦੇ ਵਿਹੜੇ ਵਿੱਚ ਕਦੀ ਕੋਈ ਚੁੱਪ ਆਇਆ ਜਾਨਵਰ ਨਹੀਂ ਸੀ ਵੜਿਆ, ਸਿਵਾਏ ਸ਼ਾਇਦ ਕੁੱਤਿਆਂ ਜਾਂ ਬਿੱਲੀਆਂ ਦੇ। ਉਹ ਸ਼ਾਇਦ ਹੀ ਹੈ ਕਦੀ ਕੰਬਲ ਹੇਠ ਸੁੱਤਾ ਹੋਵੇ। ਹੇਠਾਂ ਪਾਉਣ ਵਾਲੇ ਕੱਪੜਿਆਂ ਦਾ ਤਾਂ ਉਸਨੂੰ ਮਤਲਬ ਹੀ ਨਹੀਂ ਸੀ ਪਤਾ। ਦੁਨੀਆ ਵਿੱਚ ਕੋਈ ਵੀ ਡਾਕਟਰ ਇਸ ਗੱਲ ਦੀ ਫੜ ਨਹੀਂ ਸੀ ਮਾਰ ਸਕਦਾ ਕਿ ਉਸਨੇ ਕਦੀ ਉਸਦੇ ਦੰਦ ਦੇਖੇ ਹੋਣ, ਉਸਦੀ ਨਬਜ਼ ਦੇਖੀ ਹੋਵੇ, ਉਸਨੂੰ ਡੂੰਘੇ ਸਾਹ ਜਾਂ ਹੌਲੀ-ਹੌਲੀ ਸਾਹ ਲੈਣ ਲਈ ਕਿਹਾ ਹੋਵੇ, ਜਾਂ ਆਮ ਕਰਕੇ ਉਸਦੇ ਸਰੀਰ ਦਾ ਮੁਆਇਨਾ ਕੀਤਾ ਹੋਵੇ। ਨਾ ਹੀ ਔਲ ਵਿੱਚ ਕਿਸੇ ਨੂੰ ਉਸਦੇ ਜੰਮਣ ਮਰਨ ਦੀਆਂ ਤਰੀਕਾਂ ਦਾ ਹੀ ਠੀਕ ਪਤਾ ਸੀ। ਜੇ ਪਿਤਾ ਜੀ ਦਾ ਨਾਂ ਮਲੀਨ ਕਰਨ ਲਈ ਲਿਖੇ ਗਏ ਬਿਆਨ ਉੱਤੇ ਯਕੀਨ ਕੀਤਾ ਜਾ ਸਕਦਾ ਹੋਵੇ ਤਾਂ ਬਾਬੇ ਮੁਹੰਮਦ ਨੂੰ ਕੁਝ ਅਰਬੀ ਵੀ ਆਉਂਦੀ ਸੀ। ਮੇਰੇ ਪਿਤਾ ਜੀ ਨੇ ਆਪਣੇ ਪਹਿਲੇ ਬੱਚੇ ਨੂੰ ਮੇਰੇ ਸਭ ਤੋਂ ਵੱਡੇ ਭਰਾ ਨੂੰ ਉਸ ਦਾ ਨਾਂ ਦਿੱਤਾ ਸੀ। ਪਿਤਾ ਜੀ ਦਾ ਇੱਕ ਚਾਚਾ ਵੀ ਸੀ ਜਿਹੜਾ ਦੂਜੇ ਬੇਟੇ ਦੇ ਜਨਮ ਤੋਂ ਜ਼ਰਾ ਹੀ ਪਹਿਲਾਂ ਚੱਲ ਵਸਿਆ ਸੀ। ਚਾਚੇ ਦਾ ਨਾਂ ਅਖਿਲਜੀ ਸੀ। ਸੋ ਇੱਕ ਹੋਰ ਅਖਿਲਜੀ ਪੈਦਾ ਹੋ ਗਿਆ ਹੈ। ਆਉਲ ਦੇ ਵਾਸੀ ਖੁਸ਼ੀ ਨਾਲ ਕੂਕ ਉੱਠੇ ਜਦੋਂ ਸਾਡੇ ਪਰਿਵਾਰ ਵਿੱਚ ਦੂਜਾ ਬੇਟਾ ਆਇਆ। ਸਾਡਾ ਅਖਿਲਜੀ ਮੁੜ ਆਇਆ ਹੈ। ਸ਼ਾਲਾ ਇਹ ਚੰਗਾ ਸ਼ਗਨ ਹੋਵੇ, ਨਾ ਕਿ ਬਦਕਿਸਮਤੀ ਦਾ ਚਿੰਨ੍ਹ। ਜੇ ਉਸਦੀ ਨਿਰਮਾਣ ਜਿਹੀ ਸ਼ਕਲੀਆ ਉੱਤੇ ਕੋਈ ਕਾਂ ਆ ਬੈਠਦਾ ਹੈ, ਸ਼ਾਲਾ ਵੱਡਾ ਹੋ ਕੇ ਮੁੰਡੇ ਦਾ ਸੁਭਾਅ ਇੰਨਾ ਹੀ ਉੱਤਮ ਹੋਵੇ ਜਿੰਨਾ ਉਸਦਾ ਸੀ ਜਿਸ ਦਾ ਉਸਨੂੰ ਹੁਣ ਨਾਂ ਦਿੱਤਾ ਜਾਣਾ ਹੈ।
ਦਿੱਤਾ ਗਿਆ ਹੈ। ਜਦੋਂ ਮੇਰੇ ਹੋਣ ਦਾ ਸਮਾਂ ਨੇੜੇ ਆਇਆ ਤਾਂ ਪਿਤਾ ਜੀ ਕੋਲ ਰੱਖਣ ਲਈ ਕੋਈ ਨਾਂ ਨਹੀਂ ਸੀ, ਜਾਂ ਕੋਈ ਰਿਸ਼ਤੇਦਾਰ ਜਾਂ ਦੋਸਤ ਨਹੀਂ ਸਨ ਜਿਹੜੇ ਹੁਣੇ ਕਾਲਵਸ ਹੋਏ ਹੁੰਦੇ ਜਾਂ ਵਿਦੇਸ਼ਾਂ ਵਿੱਚ ਗੁੰਮ ਹੋਏ ਹੁੰਦੇ। ਕੋਈ ਵੀ ਜਿਸ ਦਾ ਨਾਂ ਮੈਨੂੰ ਸਾਰੀ ਉਮਰ ਮਾਣ ਨਾਲ ਰੱਖਣ ਲਈ ਬਖਸ਼ਿਆ ਜਾ ਸਕਦਾ। ਜਦੋਂ ਮੇਰਾ ਜਨਮ ਹੋਇਆ ਤਾਂ ਪਿਤਾ ਜੀ ਨੇ ਆਪਣੀ ਆਉਲ ਦੇ ਸਭ ਤੋਂ ਵੱਧ ਸਤਿਕਾਰਯੋਗ ਲੋਕਾਂ ਨੂੰ ਨਾਮ ਸੰਸਕਾਰ ਲਈ ਆਪਣੇ ਘਰ ਬੁਲਾਇਆ। ਉਹ ਸਕਲੀਆ ਵਿੱਚ ਇੰਜ ਗੰਭੀਰ ਤੇ ਸਹਿਜ ਸੁਭਾਅ ਆਣ ਬਿਰਾਜੇ ਜਿਵੇਂ ਉਹਨਾਂ ਸਾਹਮਣੇ ਸਾਰੇ ਦੇਸ਼ ਦੀ ਹੋਣੀ ਦਾ ਫੈਸਲਾ ਕਰਨ ਦਾ ਕੰਮ ਰੱਖਿਆ ਗਿਆ ਹੋਵੇ। ਉਹਨਾਂ ਵਿੱਚੋਂ ਹਰ ਇੱਕ ਦੇ ਹੱਥ ਵਿੱਚ ਸਾਡੇ ਬਲਹਾਰ ਕੁਮਾਰਾਂ ਦੀ ਕਿਰਤ ਸ਼ਰਾਬ ਪੀਣ ਵਾਲਾ ਇੱਕ ਗੋਲ ਪਿਆਲਾ ਸੀ। ਬੇਸ਼ੱਕ ਕੱਪ ਝੱਗ ਵਾਲੀ ਬੂਝਾਂ ਨਾਲ ਭਰੇ ਪਏ ਸਨ। ਸਿਰਫ ਇੱਕ ਆਦਮੀ, ਉਹਨਾਂ ਵਿੱਚੋਂ ਸਭ ਤੋਂ ਬਜ਼ੁਰਗ, ਦੁੱਧ ਚਿੱਟੇ ਵਾਲਾਂ ਤੇ ਦਾੜੀ ਵਾਲੇ ਪੈਗੰਬਰ ਵਾਂਗ ਲੱਗਦੇ ਇੱਕ ਬਜ਼ੁਰਗ ਨੇ ਹੀ ਹੱਥਾਂ ਵਿੱਚ ਕੁਝ ਨਹੀਂ ਸੀ ਫੜਿਆ ਹੋਇਆ। ਇੱਕ ਬਜ਼ੁਰਗ ਸੀ ਜਿਸ ਦੇ ਹੱਥਾਂ ਵਿੱਚ ਮਾਂ ਨੇ ਮੈਨੂੰ ਦੇ ਦਿੱਤਾ। ਜਦੋਂ ਉਹ ਨਾਲ ਦੇ ਕਮਰੇ ਵਿੱਚੋਂ ਦਾਖਲ ਹੋਈ, ਮੈਂ ਬਜ਼ੁਰਗ ਦੀਆਂ ਬਾਹਾਂ ਵਿੱਚੋਂ ਘੋਲ ਕਰਨ ਲੱਗਾ, ਜਦ ਕਿ ਮੇਰੀ ਮਾਂ ਨੇ ਉਸ ਨੂੰ ਸੰਬੋਧਨ ਕਰਦਿਆਂ ਕਿਹਾ, ਮੇਰੇ ਵਿਆਹ ਉੱਤੇ ਤੁਸੀਂ ਆਪਣੇ ਗੀਤ ਗਾਏ ਸਨ, ਕਦੀ ਪੰਡੂਰ ਵਜਾਉਂਦਿਆਂ, ਕਦੀ ਢੱਡ ਵਜਾਉਂਦਿਆਂ। ਤੁਹਾਡੇ ਗੀਤ ਸੋਹਣੇ ਸਨ। ਤੁਸੀਂ ਹੁਣ ਕਿਹੜਾ ਗੀਤ ਗਾਓਗੇ ਜਿਸ ਵੇਲੇ ਤੁਹਾਡੀਆਂ ਬਾਹਾਂ ਵਿੱਚ ਮੇਰਾ ਬੱਚਾ ਹੈ? ਭਾਗਵਾਨੇ ਗੀਤ ਤੂੰ ਗਾਏਂਗੀ ਮਾਂ ਵਜੋਂ, ਜਦੋਂ ਤੂੰ ਇਸ ਦਾ ਪੰਘੂੜਾ ਹਿਲਾ ਰਹੀ ਹੋਵੇਂਗੀ। ਮਗਰੋਂ ਪੰਛੀ ਤੇ ਦਰਿਆ ਹੋਣਗੇ ਜਿਹੜੇ ਇਸ ਨੂੰ ਗਾਣਾ ਸੁਣਾਉਣਗੇ। ਤਲਵਾਰਾਂ ਤੇ ਗੋਲੀਆਂ ਵੀ ਇਸ ਨੂੰ ਗੀਤ ਸੁਣਾਉਣਗੀਆਂ, ਪਰ ਸ਼ਾਲਾ ਇਸ ਦੀ ਪਤਨੀ ਇਸ ਨੂੰ ਉਹ ਗੀਤ ਸੁਣਾਏ ਜਿਹੜਾ ਸਭ ਗੀਤਾਂ ਤੋਂ ਸੁੰਦਰ ਹੋਵੇ। ਤਾਂ ਫਿਰ ਇਸ ਲਈ ਨਾਂ ਚੁਣੋ, ਨਾ ਤਾਂ ਕਿ ਮੈਂ ਇਸ ਦੀ ਮਾਂ, ਸਾਡੀ ਸਾਰੀ ਆਊ ਤੇ ਸਾਰਾ ਦਾਗਿਸਤਾਨ ਉਹ ਨਾ ਸੁਣ ਸਕੇ ਜਿਹੜਾ ਤੁਸੀਂ ਹੁਣ ਇਸ ਨੂੰ ਦੇਵੋਗੇ। ਬਜ਼ੁਰਗ ਨੇ ਮੈਨੂੰ ਤਾਂ ਛੱਤ ਵੱਲ ਨੂੰ ਚੁੱਕਿਆ ਤੇ ਬੋਲਿਆ, ਕੁੜੀ ਦਾ ਨਾਂ ਸਿਤਾਰੇ ਦੀ ਚਮਕ ਵਾਂਗ ਜਾਂ ਫੁੱਲ ਦੀ ਸੁਗੰਧੀ ਵਾਂਗ ਹੋਣਾ ਚਾਹੀਦਾ ਹੈ। ਆਦਮੀ ਦਾ ਨਾਂ ਤਲਵਾਰਾਂ ਦੀ ਖੜਕਾਰ ਜਾਂ ਗ੍ਰੰਥਾਂ ਦੀ ਸਿਆਣਪ ਵਰਗਾ ਹੋਣਾ ਚਾਹੀਦਾ ਹੈ। ਕਿਤਾਬਾਂ ਤੋਂ ਮੈਨੂੰ ਕਈ ਨਾਵਾਂ ਦਾ ਪਤਾ ਲੱਗਿਆ। ਤਲਵਾਰਾਂ ਦੀ ਗੁੰਜਾਰ ਵਿੱਚੋਂ ਵੀ ਕਈ ਨਾਂ ਮੇਰੇ ਕੰਨੀ ਪਏ ਨੇ। ਮੇਰੇ ਗ੍ਰੰਥ ਤੇ ਮੇਰੀਆਂ ਤਲਵਾਰਾਂ ਇੱਕ ਨਾਂ ਮੇਰੇ ਕੰਨਾਂ ਵਿੱਚ ਲੈ ਰਹੀਆਂ ਹਨ। ਇਹ ਨਾਂ ਹੈ ਰਸੂਲ। ਫਿਰ ਬਜ਼ੁਰਗ, ਜਿਹੜਾ ਪੈਗੰਬਰ ਵਾਂਗ ਲੱਗਦਾ ਸੀ, ਮੇਰੇ ਉੱਤੇ ਝੁਕਿਆ ਤੇ ਹੌਲੀ ਜਿਹੀ ਮੇਰੇ ਇੱਕ ਕੰਨ ਵਿੱਚ ਬੋਲਿਆ, ਰਸੂਲ। ਉੱਚੀ ਸਾਰੀ ਦੂਜੇ ਕੰਨ ਵਿੱਚ ਚੀਕਿਆ, ਰਸੂਲ। ਉਸਨੇ ਰੋਂਦਾ ਬੱਚਾ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਤੇ ਉਸਨੂੰ ਤੇ ਬਾਕੀ ਹਾਜ਼ਰ ਸਾਰਿਆਂ ਨੂੰ ਸੰਬੋਧਨ ਕਰਦਿਆਂ ਬੋਲਿਆ, ਆਹ ਦੇਖੋ ਰਸੂਲ। ਸਕਲੀਆ ਵਿਚਲੀ ਚੁੱਪ ਨੇ ਮੇਰੇ ਨਾਂ ਦੀ ਪੁਸ਼ਟੀ ਕੀਤੀ। ਪੰਚਾਂ ਨੇ ਆਪਣੇ ਪਿਆਲੇ ਖਾਲੀ ਕੀਤੇ, ਪੁੱਠੇ ਹੱਥਾਂ ਨਾਲ ਆਪਣੀਆਂ ਮੁੱਛਾਂ ਪੂੰਝੀਆਂ, ਹੁੰਗਾਰੇ ਨਾਲ ਰਜਾਮੰਦੀ ਜ਼ਾਹਰ ਕੀਤੀ। ਪਰਬਤਵਾਸੀ ਨੂੰ ਦੋ ਚੀਜ਼ਾਂ ਪਿਆਰੀਆਂ ਹੋਣੀਆਂ ਚਾਹੀਦੀਆਂ ਨੇ, ਉਸਦਾ ਪਾਪਾ ਖਾਂ ਤੇ ਉਸਦਾ ਨਾਂ। ਪਾਪਾ ਖਾਂ ਹੋ ਸਕਦਾ ਹੈ ਸਿਰ ਲਈ ਬੜਾ ਭਾਰਾ ਸਾਬਤ ਹੋਵੇ, ਇਸੇ ਤਰ੍ਹਾਂ ਨਾਂ ਵੀ ਸਾਬਤ ਹੋ ਸਕਦਾ ਹੈ। ਲੱਗਦਾ ਹੈ ਕਿ ਬੱਗੇ ਵਾਲਾਂ ਵਾਲੇ ਬਜ਼ੁਰਗ ਨੇ, ਜਿਹੜਾ ਬਹੁਤ ਘੁੰਮਿਆ ਹੋਇਆ ਤੇ ਬਹੁਤ ਪੜ੍ਹਿਆ ਹੋਇਆ ਸੀ, ਮੇਰੇ ਨਾਮ ਵਿੱਚ ਖਾਸ ਅਰਥ ਤੇ ਮਹੱਤਵ ਭਰ ਦਿੱਤੇ। ਰਸੂਲ ਅਰਬੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਸੰਦੇਸ਼ ਵਾਹਕ, ਜਾਂ ਵਧੇਰੇ ਠੀਕ ਹੋਵੇਗਾ ਪ੍ਰਤੀਨਿਧ। ਨਾ ਮੈਂ ਕਿਸ ਦਾ ਸੰਦੇਸ਼ ਵਾਹਕ, ਕਿਸ ਦਾ ਪ੍ਰਤੀਨਿਧ ਹਾਂ। ਆਪਣੀ ਨੋਟਬੁੱਕ ਵਿੱਚੋਂ ਬੈਲਜੀਅਮ। ਮੈਂ ਦੁਨੀਆ ਭਰ ਤੋਂ ਆਏ ਵੱਖੋ ਵੱਖਰੀਆਂ ਕੌਮਾਂ ਦੇ ਦੇਸ਼ਾਂ ਦੇ ਕਵੀਆਂ ਦੇ ਇਕੱਠ ਵਿੱਚ ਹਿੱਸਾ ਲੈ ਰਿਹਾ ਹਾਂ। ਜਿਹੜਾ ਵੀ ਕੋਈ ਬੋਲਣ ਲਈ ਉੱਠਦਾ, ਉਹ ਆਪਣੇ ਲੋਕਾਂ ਬਾਰੇ, ਉਹਨਾਂ ਦੇ ਸੱਭਿਆਚਾਰ, ਕਵਿਤਾ ਤੇ ਭਵਿੱਖ ਬਾਰੇ ਦੱਸਦਾ। ਪਰ ਕੁਝ ਐਸੇ ਪ੍ਰਤੀਨਿਧ ਵੀ ਸਨ, ਜਿਵੇਂ ਕਿ ਲੰਡਨ ਤੋਂ ਹੰਗੇਰੀਅਨ, ਪੈਰਿਸ ਤੋਂ ਐਸਤੋਨੀਅਨ ਤੇ ਸਾਨ ਫਰਾਂਸਿਸਕੋ ਤੋਂ ਪੋਲ। ਇੰਜ ਸੀ ਇਹ ਕਿਸਮਤ ਨੇ ਉਹਨਾਂ ਲੋਕਾਂ ਨੂੰ ਵੱਖੋ ਵੱਖਰੇ ਦੇਸ਼ਾਂ ਵਿੱਚ ਸਮੁੰਦਰਾਂ ਤੋਂ ਪਾਰ
ਪਹਾੜਾਂ ਤੋਂ ਪਾਰ ਆਪਣੀ ਜਨਮ ਭੂਮੀ ਤੋਂ ਦੂਰ ਦੁਰਾਡੇ ਫੈਲਾ ਦਿੱਤਾ ਸੀ। ਮੈਨੂੰ ਸਭ ਤੋਂ ਵੱਧ ਹੈਰਾਨੀ ਇੱਕ ਕਵੀ ਉੱਤੇ ਹੋਈ, ਜਿਸ ਨੇ ਐਲਾਨ ਕੀਤਾ, ਸੱਜਣੋ, ਤੁਸੀਂ ਇੱਥੇ ਵੱਖੋ ਵੱਖਰੇ ਦੇਸ਼ਾਂ ਤੋਂ ਆਏ ਹੋ। ਤੁਸੀਂ ਵੱਖੋ ਵੱਖਰੀਆਂ ਕੌਮਾਂ ਦੇ ਪ੍ਰਤੀਨਿਧ ਹੋ। ਸਿਰਫ ਮੈਂ ਹੀ ਕਿਸੇ ਖਾਸ ਕੌਮ ਦੀ ਤੇ ਕਿਸੇ ਖਾਸ ਦੇਸ਼ ਦੀ ਪ੍ਰਤੀਨਿਧਤਾ ਨਹੀਂ ਕਰਦਾ। ਮੈਂ ਸਭ ਕੌਮਾਂ ਨੂੰ, ਸਭ ਦੇਸ਼ਾਂ ਦੀ ਪ੍ਰਤੀਨਿਧਤਾ ਕਰਦਾ ਹਾਂ। ਮੈਂ ਕਵਿਤਾ ਦੀ ਪ੍ਰਤੀਨਿਧਤਾ ਕਰਦਾ ਹਾਂ। ਮੈਂ ਕਵਿਤਾ ਹਾਂ। ਮੈਂ ਉਹ ਸੂਰਜ ਹਾਂ ਜਿਹੜਾ ਸਾਰੀ ਦੁਨੀਆ ਲਈ ਚਮਕਦਾ ਹੈ। ਮੈਂ ਉਹ ਵਰਖਾ ਹਾਂ ਜਿਹੜੀ ਜ਼ਮੀਨ ਨੂੰ ਪਾਣੀ ਦਿੰਦੀ ਹੈ। ਇਸ ਦੀ ਕੌਮੀਅਤ ਬਾਰੇ ਜ਼ਰਾ ਵੀ ਕੁਝ ਸੋਚਣ ਬਿਨਾਂ ਮੈਂ ਐਸਾ ਦਰੱਖਤ ਹਾਂ ਜਿਹੜਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇੱਕੋ ਜਿੰਨਾ ਵੱਧ ਫੁੱਲ ਸਕਦਾ ਹੈ। ਇੰਨਾ ਕਹਿ ਕੇ ਉਹ ਮੰਚ ਤੋਂ ਉੱਤਰ ਆਇਆ। ਸਰੋਤਿਆਂ ਵਿੱਚੋਂ ਕਈਆਂ ਨੇ ਤਾਲੀਆਂ ਵਜਾਈਆਂ। ਮੈਂ ਸੋਚਣ ਲੱਗ ਪਿਆ, ਉਹ ਠੀਕ ਹੈ, ਸੱਚਮੁੱਚ ਅਸੀਂ ਕਵੀ ਸਾਰੇ ਦੁਨੀਆ ਲਈ ਜ਼ਿੰਮੇਵਾਰ ਹਾਂ। ਪਰ ਜਿਹੜਾ ਕੋਈ ਆਪਣੀ ਜਨਮ ਭੂਮੀ ਲਈ ਪਿਆਰ ਨਹੀਂ ਰੱਖਦਾ, ਉਹ ਸਾਰੀ ਦੁਨੀਆ ਦੀ ਪ੍ਰਤੀਨਿਧਤਾ ਨਹੀਂ ਕਰ ਸਕਦਾ। ਮੇਰੇ ਲਈ ਉਹ ਉਸ ਆਦਮੀ ਵਾਂਗ ਹੈ ਜਿਹੜਾ ਆਪਣੀ ਜਨਮ ਭੂਮੀ ਤੋਂ ਨਿਕਲ ਆਇਆ ਹੈ, ਕਿਸੇ ਹੋਰ ਦੇਸ਼ ਵਿੱਚ ਰਹਿਣ ਲੱਗ ਪਿਆ ਹੈ ਤੇ ਘਰ ਵਸਾ ਲਿਆ ਹੈ ਤੇ ਆਪਣੀ ਸੱਸ ਨੂੰ ਮਾਂ ਕਹਿੰਦਾ ਹੈ। ਸੱਸ ਦੇ ਖਿਲਾਫ ਮੈਨੂੰ ਕੋਈ ਗਿਲਾ ਨਹੀਂ, ਪਰ ਮਾਂ ਤੋਂ ਬਿਨਾਂ ਕੋਈ ਮਾਂ ਨਹੀਂ ਹੋ ਸਕਦੀ। ਜਦੋਂ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ, ਤਾਂ ਤੁਸੀਂ ਪ੍ਰਮਾਣ ਪੇਸ਼ ਕਰ ਸਕਦੇ ਹੋ, ਆਪਣਾ ਪਾਸਪੋਰਟ, ਜਿਹੜਾ ਤੁਹਾਡੇ ਬਾਰੇ ਸਭ ਵਿਸਥਾਰ ਦੱਸਦਾ ਹੈ। ਜਦੋਂ ਕਿਸੇ ਕੌਮ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕੀ ਹੈ, ਤਾਂ ਉਹ ਲਿਖਤੀ ਪ੍ਰਮਾਣ ਵਾਂਗ ਹੀ ਆਪਣੇ ਸਾਇੰਸਦਾਨਾਂ, ਆਪਣੇ ਲੇਖਕਾਂ, ਆਪਣੇ ਕਲਾਕਾਰਾਂ ਅਤੇ ਆਪਣੇ ਸਿਆਸਤਦਾਨਾਂ ਨੂੰ ਪੇਸ਼ ਕਰਦੀ ਹੈ। ਚੜ੍ਹਦੀ ਜਵਾਨੀ ਤੋਂ ਹੀ ਬੰਦੇ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਹ ਦੁਨੀਆ ਵਿੱਚ ਆਪਣੀ ਕੌਮ ਦਾ ਪ੍ਰਤੀਨਿਧ ਬਣ ਕੇ ਆਇਆ ਹੈ ਅਤੇ ਉਸ ਨੂੰ ਉਹ ਰੋਲ ਧਾਰਨ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਆਦਮੀ ਨੂੰ ਇੱਕ ਨਾਂ, ਪਾਪਾ ਖਾਂ ਤੇ ਹਥਿਆਰ ਦਿੱਤਾ ਜਾਂਦਾ ਹੈ। ਪੰਘੂੜੇ ਤੋਂ ਹੀ ਉਸਨੂੰ ਆਪਣੀ ਕੌਮ ਦੇ ਗੀਤ ਸਿਖਾਏ ਜਾਂਦੇ ਹਨ। ਜਦੋਂ ਮੇਰੀ ਕਿਸਮਤ ਮੈਨੂੰ ਕਿਸੇ ਕੋਨੇ ਵਿੱਚ ਵੀ ਲੈ ਜਾਏ, ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਉਸ ਧਰਤੀ ਦਾ, ਉਹਨਾਂ ਪਹਾੜਾਂ ਦਾ ਅਤੇ ਉਸ ਆਉਲ ਦਾ ਪ੍ਰਤੀਨਿਧ ਸਮਝਦਾ ਹਾਂ ਜਿੱਥੇ ਮੈਂ ਸਭ ਤੋਂ ਪਹਿਲਾਂ ਘੋੜੇ ਉੱਤੇ ਕਾਠੀ ਪਾਉਣੀ ਸਿੱਖੀ। ਮੈਂ ਜਿੱਥੇ ਵੀ ਕਿਤੇ ਹੋਵਾਂ, ਆਪਣੇ ਆਪ ਨੂੰ ਆਪਣੇ ਦਾਗਿਸਤਾਨ ਦਾ ਵਿਸ਼ੇਸ਼ ਪੱਤਰ ਪ੍ਰੇਰਕ ਸਮਝਦਾ ਹਾਂ। ਪਰ ਜਦੋਂ ਮੈਂ ਆਪਣੇ ਦਾਗਿਸਤਾਨ ਵਾਪਸ ਆਉਂਦਾ ਹਾਂ ਤਾਂ ਸਮੁੱਚੇ ਤੌਰ ਉੱਤੇ ਮਨੁੱਖਾਂ ਸੱਭਿਆਚਾਰ ਦੇ ਵਿਸ਼ੇਸ਼ ਪੱਤਰ ਪ੍ਰੇਰਕ ਵਜੋਂ, ਆਪਣੇ ਸਾਰੇ ਦੇਸ਼ ਤੇ ਸਗੋਂ ਸਾਰੀ ਦੁਨੀਆ ਦੇ ਵੀ ਪ੍ਰਤੀਨਿਧ ਵਜੋਂ ਵਾਪਸ ਆਉਂਦਾ ਹਾਂ। ਦੇਸ਼ਾਂ ਵਿੱਚੋਂ ਦੇਸ਼ ਆਪਣੇ ਦੀ ਗੱਲ ਕਰਨੀ ਚਾਹਾਂ ਜਿਵੇਂ, ਪਰ ਇੱਕ ਵੀ ਅੱਖਰ ਬੋਲ ਨਹੀਂ ਸਕਦਾ। ਨਾਲ ਆਪਣੇ ਲਿਆਇਆ ਹਾਂ ਮੈਂ ਭਰੀਆਂ ਪੰਡਾਂ, ਪਰ ਖੰਬਖਤੀ ਉਹਨਾਂ ਨੂੰ ਮੈਂ ਖੋਲ੍ਹ ਨਹੀਂ ਸਕਦਾ। ਕੋਈ ਟੁਣਕਵਾਂ ਗੀਤ ਆਪਣੀ ਮਾਂ ਬੋਲੀ ਵਿੱਚ ਦੁਨੀਆ ਬਾਰੇ ਮੈਂ ਹਾਲੇ ਤੱਕ ਗਾ ਨਹੀਂ ਸਕਿਆ। ਮੋਢਿਆਂ ਉੱਤੇ ਲੈ ਆਇਆ ਸੰਦੂਕ ਉਠਾ ਕੇ, ਪਰ ਉਹਨੂੰ ਖੋਲ੍ਹਣ ਦੀ ਕੁੰਜੀ ਪਾ ਨਹੀਂ ਸਕਿਆ। ਆਪਣੀ ਸਕਲੀਆ ਦੀ ਪੱਧਰੀ ਛੱਤ ਉੱਤੇ ਮੈਂ ਤੇ ਮੇਰੇ ਪਿੰਡ ਵਾਸੀ ਬੈਠੇ ਹੁੰਦੇ ਹਾਂ ਤੇ ਮੈਂ ਉਹਨਾਂ ਦੇ ਅਣਗਿਣਤ ਸਵਾਲਾਂ ਦਾ ਜਵਾਬ ਦਿੰਦਾ ਹਾਂ। ਦੂਰ ਦੁਰਾਡੇ ਦੇਸ਼ਾਂ ਵਿੱਚ ਤੈਨੂੰ ਆਪਣਾ ਸਾਥੀ ਦੇਸ਼ ਵਾਸੀ ਵੀ ਕੋਈ ਮਿਲਿਆ ਸੀ? ਦੁਨੀਆ ਵਿੱਚ ਹੋਰ ਕਿਤੇ ਸਾਡੇ ਪਹਾੜਾਂ ਵਰਗੇ ਪਹਾੜ ਹੈਗੇ ਨੇ? ਵਿਦੇਸ਼ਾਂ ਵਿੱਚ ਤੂੰ ਘਰ ਲਈ ਉਤਰਿਆ ਸੈਂ, ਸਾਡੀ ਆਉਲ ਤੈਨੂੰ ਯਾਦ ਆਈ ਸੀ? ਦੂਜੇ ਦੇਸ਼ਾਂ ਵਿੱਚ ਕਹਿੰਦੇ ਲੋਕ ਸਾਡੇ ਬਾਰੇ ਵੀ ਕੁਝ ਜਾਣਦੇ ਨੇ ਕਿ ਅਸੀਂ ਵੀ ਦੁਨੀਆ ਵਿੱਚ ਰਹਿੰਦੇ ਹਾਂ? ਮੈਂ ਜਵਾਬ ਦਿੰਦਾ ਹਾਂ, ਉਹ ਸਾਡੇ ਬਾਰੇ ਕੀ ਜਾਣ ਸਕਦੇ ਹਨ ਜੇ ਅਸੀਂ ਖੁਦ ਆਪਣੇ ਆਪ ਨੂੰ ਠੀਕ ਤਰ੍ਹਾਂ ਨਾਲ ਨਹੀਂ ਜਾਣਦੇ। ਅਸੀਂ 10 ਲੱਖ ਦੇ ਕਰੀਬ ਹਾਂ। ਦਾਗਿਸਤਾਨੀ ਪਹਾੜਾਂ ਦੀ ਚਟਾਨੀ ਮੁੱਠੀ ਵਿੱਚ ਇਕੱਠੇ ਹੋਏ 10 ਲੱਖ ਲੋਕ 40 ਵੱਖੋ ਵੱਖ ਬੋਲੀਆਂ ਬੋਲਦੇ, ਤਾਂ ਸਾਨੂੰ ਸਾਡੇ ਬਾਰੇ ਦੱਸ, ਤੇ ਬਾਕੀ ਸਾਰੀ ਦੁਨੀਆ ਵਿੱਚ ਰਹਿਣ ਵਾਲਿਆਂ ਨੂੰ ਸਾਡੇ ਬਾਰੇ ਦੱਸ। ਸਾਰੀਆਂ ਸਦੀਆਂ ਵਿੱਚ ਸਾਡਾ ਇਤਿਹਾਸ ਤਲਵਾਰ ਤੇ ਕਟਾਰ ਨਾਲ ਲਿਖਿਆ ਜਾਂਦਾ ਰਿਹਾ ਹੈ। ਇਹਨਾਂ ਅੱਖਰਾਂ ਨੂੰ ਮਨੁੱਖਾਂ ਬੋਲੀ ਵਿੱਚ ਉਲਥਾ ਦੇ। ਜੇ ਤੂੰ ਇਹ ਨਹੀਂ ਕਰ ਸਕਦਾ, ਤੂੰ ਜਿਹੜਾ ਤਸਾਦਾ ਆਉਲ ਵਿੱਚ ਜੰਮਿਆ ਸੈਂ, ਤਾਂ ਹੋਰ ਕੋਈ ਵੀ ਇਹ ਕੰਮ ਤੇਰੇ ਲਈ ਨਹੀਂ ਕਰੇਗਾ।
ਆਪਣੇ ਖਿਆਲਾਂ ਨੂੰ ਚੋਣਵੇਂ ਘੋੜੀਆਂ ਵਾਂਗ ਤਰਤੀਬ ਦੇ। ਹਰ ਘੋੜਾ ਦੂਜੇ ਜਿੰਨਾ ਹੀ ਯੋਗ ਹੋਵੇ, ਉਹਨਾਂ ਵਿੱਚੋਂ ਕੋਈ ਵੀ ਦੂਜੇ ਨਾਲੋਂ ਘੱਟ ਨਾ ਹੋਵੇ। ਆਪਣੇ ਵਿਚਾਰਾਂ ਨੂੰ ਡਰੇ ਹੋਏ ਘੋੜਿਆਂ ਵਾਂਗ ਜਾਂ ਮੱਝਾਂ ਦੇ ਬੱਗ ਵਾਂਗ ਸੰਢਿਆ ਉੱਤੇ ਦੌੜਨ ਦੇ। ਆਪਣੇ ਵਿਚਾਰਾਂ ਨੂੰ ਡਰੇ ਹੋਏ ਘੋੜੀਆਂ ਵਾਂਗ ਜਾਂ ਮੱਝਾਂ ਦੇ ਵਾਂਗ ਸਫ਼ਿਆਂ ਉੱਤੇ ਦੌੜਨ ਦੇ। ਆਪਣੇ ਵਿਚਾਰਾਂ ਨੂੰ ਲੁਕਾ ਕੇ ਨਾ ਰੱਖ। ਜੇ ਤੂੰ ਇੰਝ ਕਰੇਂਗਾ ਤਾਂ ਤੂੰ ਭੁੱਲ ਜਾਏਂਗਾ ਕਿ ਤੂੰ ਉਹਨਾਂ ਨੂੰ ਕਿੱਥੇ ਰੱਖਿਆ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਕੰਜੂਸ ਉਸ ਗੁਪਤ ਥਾਂ ਨੂੰ ਭੁੱਲ ਜਾਂਦਾ ਹੈ ਜਿੱਥੇ ਉਸਨੇ ਆਪਣੇ ਪੈਸੇ ਲੁਕਾ ਕੇ ਰੱਖੇ ਹੁੰਦੇ ਹਨ, ਤੇ ਆਪਣੇ ਲਾਲਚ ਕਰਕੇ ਹੀ ਉਹਨਾਂ ਨੂੰ ਗੁਆ ਬੈਠਦਾ ਹੈ। ਪਰ ਆਪਣੇ ਵਿਚਾਰ ਕਿਸੇ ਨੂੰ ਨਾ ਦੱਸੀ। ਕੀਮਤੀ ਔਜ਼ਾਰ ਬੱਚੇ ਨੂੰ ਖੇਡਣ ਲਈ ਨਹੀਂ ਦੇਣਾ ਚਾਹੀਦਾ। ਉਹ ਔਜ਼ਾਰ ਤੋੜ ਦੇਵੇਗਾ ਜਾਂ ਗਵਾ ਦੇਵੇਗਾ ਜਾਂ ਫਿਰ ਆਪਣਾ ਕੋਈ ਅੰਗ ਕੱਟ ਲਵੇਗਾ। ਤੁਹਾਡੇ ਘੋੜੇ ਦੇ ਤੌਰ ਤਰੀਕੇ ਨੂੰ ਤੁਹਾਡੇ ਆਪਣੇ ਨਾਲੋਂ ਚੰਗਾ ਕੋਈ ਵੀ ਨਹੀਂ ਜਾਣ ਸਕਦਾ। ਉਸ ਰਸਤੇ ਬਾਰੇ ਇੱਕ ਵਾਰਤਾ, ਜਿਸ ਉੱਤੇ ਮੇਰੇ ਪਿਤਾ ਜੀ ਚੱਲਿਆ ਕਰਦੇ ਸਨ। ਸਾਡੇ ਨਿੱਕੇ ਜਿਹੇ ਪਿੰਡ ਤਸਾਦਾ ਤੋਂ ਇੱਕ ਪੱਕੀ ਸੜਕ ਮਹੱਤਵਪੂਰਨ ਆਉਲ ਖੂਨਜਾਮ ਨੂੰ ਜਾਂਦੀ ਹੈ, ਜੋ ਕਿ ਜ਼ਿਲ੍ਹਾ ਕੇਂਦਰ ਹੈ। ਜਦੋਂ ਵੀ ਪਿਤਾ ਜੀ ਖੂਨਜਾਮ ਜਾਇਆ ਕਰਦੇ ਸਨ ਤਾਂ ਉਹ ਉਸ ਸਾਂਝੀ ਸੜਕ ਉੱਤੇ ਨਹੀਂ ਸਨ ਜਾਇਆ ਕਰਦੇ, ਸਗੋਂ ਆਪਣੇ ਹੀ ਚੁਣੇ ਹੋਏ ਪਹੇ ਉੱਤੋਂ ਦੀ ਜਾਂਦੇ ਹੁੰਦੇ ਸਨ। ਉਹਨਾਂ ਨੇ ਇਸ ਨੂੰ ਲੱਭਿਆ, ਬਣਾਇਆ ਤੇ ਹਰ ਸਵੇਰ ਤੇ ਹਰ ਸ਼ਾਮ ਵਰਤਿਆ ਸੀ। ਪਿਤਾ ਜੀ ਨੂੰ ਉੱਥੇ ਸ਼ਾਨਦਾਰ ਫੁੱਲ ਲੱਭਣ ਦਾ ਢੱਬ ਆਉਂਦਾ ਸੀ। ਪਿਤਾ ਜੀ ਨੂੰ ਉੱਥੇ ਸ਼ਾਨਦਾਰ ਫੁੱਲ ਲੱਭਣ ਦਾ ਢੱਬ ਆਉਂਦਾ ਸੀ, ਜਿਨ੍ਹਾਂ ਨੂੰ ਹੋਰ ਵੀ ਵਿਚਿੱਤਰ ਗੁਲਦਸਤਿਆਂ ਵਿੱਚ ਤਰਤੀਬ ਦੇ ਦਿੰਦੇ ਸਨ। ਸਰਦੀਆਂ ਵਿੱਚੋਂ ਪਹੇ ਦੇ ਦੋਵੇਂ ਪਾਸੇ ਲੋਕਾਂ ਦੇ ਘੋੜਿਆਂ ਤੇ ਘੋੜਸਵਾਰਾਂ ਦੇ ਨਿੱਕੇ ਨਿੱਕੇ ਬੁੱਤ ਬਰਫ਼ ਨਾਲ ਬਣਾ ਦਿੰਦੇ ਸਨ। ਤਸਾਦਾ ਜਾਂ ਖੂਨਜਾਮ ਦੇ ਲੋਕ ਉੱਥੇ ਜਾਂਦੇ, ਉਹਨਾਂ ਬੁੱਤਾਂ ਦੀ ਪ੍ਰਸ਼ੰਸਾ ਕਰਦੇ। ਫੁੱਲਾਂ ਦੇ ਗੁਲਦਸਤੇ ਕਦੇ ਦੇ ਘੁਮਲਾ ਚੁੱਕੇ ਨੇ ਤੇ ਬਰਫ਼ ਦੇ ਨਿੱਕੇ ਨਿੱਕੇ ਬੁੱਤ ਮੁੱਦਤਾਂ ਦੇ ਢਲ ਚੁੱਕੇ ਨੇ, ਪਰ ਦਾਗਿਸਤਾਨ ਦੇ ਫੁੱਲ ਤੇ ਪਹਾੜ ਵਾਸੀਆਂ ਦੇ ਚਿੱਤਰ ਪਿਤਾ ਜੀ ਦੀਆਂ ਕਵਿਤਾਵਾਂ ਵਿੱਚ ਜੂਝਦੇ ਨੇ। ਇੱਕ ਵਾਰੀ ਜਦੋਂ ਮੈਂ ਅਜੇ ਛੋਹਰਾ ਹੀ ਸਾਂ ਤੇ ਪਿਤਾ ਜੀ ਅਜੇ ਜਿਉਂਦੇ ਸਨ, ਤਾਂ ਮੈਨੂੰ ਖੂਨਜਾਮ ਜਾਣ ਦਾ ਮੌਕਾ ਮਿਲਿਆ। ਮੈਂ ਪੱਕੀ ਸੜਕ ਤੋਂ ਲਾਂਭੇ ਚਲਾ ਗਿਆ ਤੇ ਆਪਣੇ ਪਿਤਾ ਜੀ ਵਾਲੇ ਪਹੇ ਉੱਤੇ ਪੈਰ ਰੱਖਣ ਹੀ ਵਾਲਾ ਸਾਂ ਕਿ ਇੱਕ ਬਜ਼ੁਰਗ ਦੀ ਨਜ਼ਰ ਮੇਰੇ ਉੱਤੇ ਪਈ। ਉਸਨੇ ਮੈਨੂੰ ਰੋਕ ਲਿਆ ਤੇ ਬੋਲਿਆ, ਆਪਣੇ ਪਿਤਾ ਦੇ ਬਣਾਏ ਪਹੇ ਨੂੰ ਛੱਡ ਦੇ, ਆਪਣਾ ਰਸਤਾ ਤੂੰ ਆਪ ਲੱਭ। ਮੈਂ ਉਸ ਦੀ ਸਲਾਹ ਮੰਨ ਲਈ ਤੇ ਕੋਈ ਹੋਰ ਰਾਹ ਲੱਭਣ ਲੱਗ ਪਿਆ। ਮੇਰੇ ਗੀਤਾਂ ਦਾ ਰਾਹ ਬੜਾ ਲੰਮਾ ਤੇ ਬੜਾ ਬਿਖੜਾ ਰਿਹਾ ਹੈ, ਪਰ ਮੈਂ ਅਜੇ ਵੀ ਇਸ ਉੱਤੇ ਚੱਲ ਰਿਹਾ ਹਾਂ ਤੇ ਖੁਦ ਆਪਣੇ ਗੁਲਦਸਤੇ ਲਈ ਫੁੱਲ ਚੁਗ ਰਿਹਾ ਹਾਂ। ਇਸ ਰਾਹ ਉੱਤੇ ਚੱਲਦਿਆਂ ਮੈਨੂੰ ਇੱਕ ਕਿਤਾਬ ਲਿਖਣ ਦਾ ਫੁਰਨਾ ਫੁਰਿਆ। ਇਹੋ ਜਿਹਾ ਵਿਚਾਰ ਫੁਰਨਾ ਗਰਭ ਠਹਿਰਨ ਦੇ ਕਾਰਜ ਵਾਂਗ ਹੈ। ਬੇਸ਼ੱਕ ਬੱਚਾ ਆਪਣੇ ਵੇਲੇ ਸਿਰ ਆ ਜਾਏਗਾ, ਪਰ ਅਣਜਨਮਿਆ ਬੱਚਾ ਔਰਤ ਦੀ ਕੁੱਖ ਵਿਚਲੇ ਭਰੂਣ ਵਾਂਗ ਪੱਕਣਾ ਚਾਹੀਦਾ ਹੈ, ਤਾਂ ਕਿ ਲਹੂ ਪਸੀਨਾ ਇੱਕ ਕਰਕੇ ਤੇ ਜੰਮਣ ਪੀੜਾਂ ਸਹਿ ਕੇ ਉਸਨੂੰ ਜਨਮ ਦਿੱਤਾ ਜਾ ਸਕੇ। ਕੋਈ ਕਿਤਾਬ ਇਸ ਤਰ੍ਹਾਂ ਨਾਲ ਲਿਖੀ ਜਾਂਦੀ ਹੈ। ਬੱਚੇ ਦਾ ਨਾਂ ਉਸਦੇ ਜਨਮ ਤੋਂ ਪਹਿਲਾਂ ਹੀ ਚੁਣਿਆ ਜਾ ਸਕਦਾ ਹੈ। ਆਪਣੀ ਕਿਤਾਬ ਨੂੰ ਮੈਂ ਕੀ ਨਾਂ ਦੇਵਾਂਗਾ? ਕੀ ਮੈਂ ਫੁੱਲ ਦੇ ਨਾਂ ਉੱਤੇ ਇਸ ਦਾ ਨਾਂ ਰੱਖਾਂ ਜਾਂ ਸਿਤਾਰੇ ਦੇ ਨਾਂ ਉੱਤੇ? ਕੀ ਮੈਂ ਇਹ ਨਾਂ ਦੂਜੇ ਸਿਆਣਪਾਂ ਵਾਲੇ ਗ੍ਰੰਥਾਂ ਦੇ ਨਾਵਾਂ ਉੱਤੇ ਰੱਖ ਸਕਦਾ ਹਾਂ? ਨਹੀਂ, ਮੈਂ ਦੂਜੇ ਬੰਦੇ ਦੀ ਕਾਠੀ ਆਪਣੀ ਘੋੜੀ ਉੱਤੇ ਨਹੀਂ ਪਾਵਾਂਗਾ। ਬਾਹਰਲੇ ਸੋਮਿਆਂ ਤੋਂ ਉਧਾਰ ਲਿਆ ਗਿਆ ਨਾ ਸਿਰਫ ਉਪਨਾਮ ਕੋਈ ਅਲੱਗ ਹੀ ਹੋ ਸਕਦਾ ਹੈ, ਅਸਲੀ ਨਾਂ ਨਹੀਂ ਹੋ ਸਕਦਾ। ਇਹ ਸਭ ਠੀਕ ਹੈ,
ਪਰ ਜੇ ਤੁਸੀਂ ਨਾ ਲੱਭ ਰਹੇ ਹੋ ਤਾਂ ਤੁਸੀਂ ਉਸ ਵਸਤੂ ਨਾਲ ਬੱਝ ਜਾਂਦੇ ਹੋ ਜਿਹੜੀ ਵਸਤੂ ਤੁਸੀਂ ਕਿਤਾਬ ਵਿੱਚ ਰੱਖਣਾ ਚਾਹੁੰਦੇ ਹੋ ਤੇ ਉਸ ਨਿਸ਼ਾਨੇ ਨਾਲ ਵੀ ਜਿਸ ਮਗਰ ਤੁਸੀਂ ਚੱਲ ਰਹੇ ਹੋ। ਤੁਸੀਂ ਉਹ ਪਾਪਾ ਖਾਂ ਚੁਣਦੇ ਹੋ ਜਿਹੜਾ ਸਿਰ ਉੱਤੇ ਠੀਕ ਬੈਠੇ, ਨਾ ਕਿ ਇਸ ਤੋਂ ਉਲਟ। ਤਾਰਾਂ ਦੀ ਲੰਬਾਈ ਪਾਂਡੂਰ ਦੇ ਆਕਾਰ ਤੋਂ ਨਿਸ਼ਚਿਤ ਹੁੰਦੀ ਹੈ। ਤਾਰਾਂ ਦੀ ਲੰਬਾਈ ਪਾਂਡੂਰ ਦੇ ਆਕਾਰ ਤੋਂ ਨਿਸ਼ਚਿਤ ਹੁੰਦੀ ਹੈ। ਮੇਰੀ ਆਊ, ਮੇਰੇ ਪਹਾੜੋ, ਮੇਰੇ ਦਾਗਿਸਤਾਨ, ਤੁਸੀਂ ਮੇਰੇ ਵਿਚਾਰਾਂ, ਮੇਰੇ ਭਾਵਾਂ ਤੇ ਮੇਰੀਆਂ ਆਸ਼ਾਵਾਂ ਦਾ ਆਲ੍ਹਣਾ ਹੋ। ਉਸ ਆਲ੍ਹਣੇ ਤੋਂ ਹੀ ਮੈਂ ਹਵਾ ਵਿੱਚ ਜਾ ਉੱਡਿਆ ਸਾਂ। ਜਦੋਂ ਵੀ ਮੈਂ ਉੱਡਣ ਯੋਗ ਹੋਇਆ ਸਾਂ, ਮੇਰੇ ਸਾਰੇ ਗੀਤ ਉਸ ਆਲ੍ਹਣੇ ਤੋਂ ਆਉਂਦੇ ਨੇ। ਦਾਗਿਸਤਾਨ ਮੇਰਾ ਘਰ, ਮੇਰਾ ਪੰਗੂੜਾ ਹੈ। ਤਾਂ ਫਿਰ ਇਹ ਸਾਰੀ ਢੂੰਡ ਕਾਹਦੇ ਲਈ? ਪਹਾੜਾਂ ਵਿੱਚ ਬੇਟੇ ਦਾ ਨਾਂ ਆਮ ਕਰਕੇ ਉਸਦੇ ਬਾਬੇ ਦੇ ਨਾਂ ਉੱਤੇ ਰੱਖਿਆ ਜਾਂਦਾ ਹੈ। ਇਹ ਕਿਤਾਬ ਮੇਰੇ ਦਿਮਾਗ ਦੀ ਸੰਤਾਨ ਹੋਵੇਗੀ ਤੇ ਮੈਂ ਦਾਗਿਸਤਾਨ ਦਾ ਸਪੂਤ ਹਾਂ, ਸੋ ਮੈਂ ਇਸ ਨੂੰ ਦਾਗਿਸਤਾਨ ਨਾਂ ਦੇਵਾਂਗਾ। ਕੀ ਇਸ ਤੋਂ ਵਧੇਰੇ ਢੁਕਵਾਂ, ਵਧੇਰੇ ਸੋਹਣਾ ਜਾਂ ਵਧੇਰੇ ਠੀਕ ਕੋਈ ਨਾਂ ਹੋ ਸਕਦਾ ਹੈ? ਕੋਈ ਰਾਜਪੂਤ ਜਿਸ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ, ਉਸ ਦੀ ਪਛਾਣ ਉਸ ਦੀ ਕਾਰ ਉੱਤੇ ਲੱਗੇ ਝੰਡੇ ਤੋਂ ਹੀ ਹੋ ਸਕਦੀ ਹੈ। ਮੇਰੀ ਕਿਤਾਬ ਮੇਰਾ ਦੇਸ਼ ਹੈ ਤੇ ਇਸ ਦਾ ਨਾਂ ਇਸ ਦਾ ਝੰਡਾ ਹੋਵੇਗਾ। ਲੇਖਕ ਨਾਲ ਹੁੰਦਾ ਇਹ ਹੈ ਕਿ ਹਰ ਸਫ਼ੇ ਉੱਤੇ, ਹਰ ਸਤਰ ਤੇ ਹਰ ਲਫ਼ਜ਼ ਲਈ ਵਿਚਾਰ ਉਸ ਨਾਲ ਦਲੀਲਬਾਜ਼ੀ ਕਰਨ ਲੱਗ ਪੈਂਦੇ ਹਨ। ਮੇਰੇ ਵਿਚਾਰ ਵੀ ਇਸ ਕਿਤਾਬ ਦੇ ਨਾਂ ਬਾਰੇ ਮੇਰੇ ਨਾਲ ਦਲੀਲਬਾਜ਼ੀ ਕਰਨ ਲੱਗ ਪਏ ਹਨ। ਕਿਸੇ ਕੌਮਾਂਤਰੀ ਕਾਨਫਰੰਸ ਵਿਚਲੇ ਕਿੰਨੇ ਸਾਰੇ ਮੰਤਰੀਆਂ ਵਾਂਗ ਉਹ ਏਜੰਡੇ ਤੋਂ ਹੀ ਸ਼ੁਰੂ ਕਰਕੇ ਲਫ਼ਜ਼ਾਂ ਦੀ ਜੰਗ ਵਿੱਚ ਜੁਟ ਜਾਂਦੇ ਹਨ। ਇਸ ਤਰ੍ਹਾਂ ਇਹਨਾਂ ਵਿੱਚੋਂ ਇੱਕ ਮੰਤਰੀ ਤਜਵੀਜ਼ ਦਿੰਦਾ ਹੈ ਕਿ ਲਿਖੀ ਜਾਣ ਵਾਲੀ ਕਿਤਾਬ ਦਾ ਇੱਕ ਸ਼ਬਦੀ ਨਾਂ ਹੋਣਾ ਚਾਹੀਦਾ ਹੈ, ਦਾਗਿਸਤਾਨ। ਇੱਕ ਹੋਰ ਮੰਤਰੀ ਇਸ ਵਿਚਾਰ ਉੱਤੇ ਇਤਰਾਜ਼ ਕਰਦਾ ਹੈ। ਆਪਣੇ ਕਾਗਜ਼ ਆਪਣੇ ਸਾਹਮਣੇ ਠੀਕ ਠਾਕ ਕਰਦਿਆਂ ਉਹ ਕਹਿੰਦਾ ਹੈ, ਇਹ ਨਹੀਂ ਚੱਲੇਗਾ, ਇਹ ਬਿਲਕੁਲ ਨਹੀਂ ਚੱਲੇਗਾ। ਤੁਸੀਂ ਕਿਸੇ ਕਿਤਾਬ ਨੂੰ ਸਾਰੇ ਦੇਸ਼ ਦਾ ਨਾਂ ਕਿਵੇਂ ਦੇ ਸਕਦੇ ਹੋ? ਜੇ ਪਿਤਾ ਦਾ ਪਾਪਾ ਖਾਂ ਬੱਚੇ ਦੇ ਸਿਰ ਉੱਤੇ ਰੱਖ ਦਿੱਤਾ ਜਾਏ ਤਾਂ ਸਿਰ ਵਿੱਚ ਬਸ ਲੁਕ ਜੇ ਪਿਤਾ ਦਾ ਪਾਪਾ ਖਾਂ ਬੱਚੇ ਦੇ ਸਿਰ ਉੱਤੇ ਰੱਖ ਦਿੱਤਾ ਜਾਏ ਤਾਂ ਸਿਰ ਵਿੱਚ ਬਸ ਲੁਕ ਹੀ ਜਾਏਗਾ। ਇਹ ਕਿਉਂ ਨਹੀਂ ਚੱਲੇਗਾ? ਤਜਵੀਜ਼ ਦੇਣ ਵਾਲੇ ਇਤਰਾਜ਼ ਕਰਦਾ ਹੈ। ਜਦੋਂ ਚੰਨ ਉੱਪਰ ਆਕਾਸ਼ ਵਿੱਚ ਤਰ ਰਿਹਾ ਹੈ, ਤਜਵੀਜ਼ ਦੇਣ ਵਾਲਾ ਇਤਰਾਜ਼ ਕਰਦਾ ਹੈ। ਜਦੋਂ ਚੰਨ ਉੱਪਰ ਆਕਾਸ਼ ਵਿੱਚ ਤਰ ਰਿਹਾ ਹੈ ਤਾਂ ਹੇਠਾਂ ਸਮੁੰਦਰ ਜਾਂ ਦਰਿਆ ਦੇ ਪਾਣੀਆਂ ਵਿੱਚ ਉਸਦੀ ਝਲਕ ਦਿਸਦੀ ਹੈ, ਤਾਂ ਅਸੀਂ ਉਸਨੂੰ ਵੀ ਚੰਨ ਹੀ ਕਹਿੰਦੇ ਹਾਂ, ਕੋਈ ਹੋਰ ਨਾਂ ਨਹੀਂ ਦਿੰਦੇ। ਇਸ ਵਰਤਾਉਣ ਲਈ ਕਿਸੇ ਵਿਸ਼ੇਸ਼ ਨਾਂ ਦੀ ਕਾਢ ਕੱਢਣ ਦੀ ਲੋੜ ਹੈ। ਠੀਕ ਹੈ ਕਿ ਇੱਕ ਕਹਾਣੀ ਵਿੱਚ ਇੱਕ ਲੂੰਬੜੀ ਇੱਕ ਭੇੜੀਏ ਨੂੰ ਯਕੀਨ ਕਰਾ ਦਿੰਦੀ ਹੈ ਕਿ ਚੰਨ ਦਾ ਵਰਤਾਓ ਚਰਬੀ ਦਾ ਟੋਟਾ ਹੈ, ਜਿਸ ਉੱਤੇ ਮੂਰਖ ਭੇੜੀਆ ਉਸ ਚਰਬੀ ਨੂੰ ਕਾਬੂ ਕਰਨ ਲਈ ਦਰਿਆ ਵਿੱਚ ਕੁੱਦ ਪੈਂਦਾ ਹੈ। ਪਰ ਫਿਰ ਲੂੰਬੜੀ ਆਪਣੇ ਕਪਟੀ ਤੇ ਮਕਾਰ ਹੋਣ ਕਰਕੇ ਪ੍ਰਸਿੱਧ ਹੈ। ਤਾਂ ਵੀ ਇਹ ਨਹੀਂ ਚੱਲੇਗਾ, ਇਹ ਬਿਲਕੁਲ ਚੰਗਾ ਨਹੀਂ। ਦੂਜਾ ਮੰਤਰੀ ਜਿੱਦ ਕਰਦਾ ਹੈ, ਦਾਗਿਸਤਾਨ ਪਹਿਲੀ ਥਾਂ ਉੱਤੇ ਇੱਕ ਭੂਗੋਲਿਕ ਸੰਕਲਪ ਹੈ। ਇਸ ਵਿੱਚ ਪਹਾੜ, ਦਰਿਆ, ਘਾਟੀਆਂ, ਚਸ਼ਮੇ ਤੇ ਇੱਥੋਂ ਤੱਕ ਕਿ ਸਮੁੰਦਰ ਵੀ ਆਉਂਦੇ ਹਨ। ਜਦੋਂ ਮੈਂ ਲਫ਼ਜ਼ ਦਾਗਿਸਤਾਨ ਸੁਣਦਾ ਹਾਂ ਤਾਂ ਪਹਿਲੀ ਥਾਂ ਉੱਤੇ ਮੇਰੀਆਂ ਅੱਖਾਂ ਸਾਹਮਣੇ ਇੱਕ ਨਕਸ਼ਾ ਆ ਜਾਂਦਾ ਹੈ। ਉਹ ਨਹੀਂ ਮੈਂ ਵਿੱਚੋਂ ਟੋਕਦਾ ਹਾਂ, ਮੇਰਾ ਦਿਲ ਦਾਗਿਸਤਾਨ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਤੇ ਮੇਰਾ ਦਿਲ ਯਕੀਨਨ ਕੋਈ ਨਕਸ਼ਾ ਨਹੀਂ। ਮੇਰੇ ਦਾਗਿਸਤਾਨ ਦੀਆਂ ਕੋਈ ਭੂਗੋਲਿਕ ਜਾਂ ਆਮ ਤੌਰ ਉੱਤੇ ਕੋਈ ਦੂਜੀਆਂ ਸਰਹੱਦਾਂ ਨਹੀਂ। ਨਾ ਹੀ ਮੇਰਾ ਦਾਗਿਸਤਾਨ ਇੱਕ ਸਦੀ ਤੋਂ ਦੂਜੀ ਸਦੀ ਵਿੱਚ ਨਿਰਵਿਘਨ ਜਾਂ ਇਕਸਾਰ
ਵਹਿੰਦਾ ਚਲਾ ਜਾਂਦਾ ਹੈ। ਜੇ ਮੈਂ ਇਸ ਨੂੰ ਲਿਖ ਹੀ ਲੈਂਦਾ ਹਾਂ ਤਾਂ ਮੇਰੀ ਕਿਤਾਬ ਦਾਗਿਸਤਾਨ ਦੀ ਗਾਈਡ ਨਹੀਂ ਹੋਵੇਗੀ। ਮੈਂ ਸਦੀਆਂ ਨੂੰ ਇੱਕ ਦੂਜੀ ਵਿੱਚ ਮਿਲਾ ਦਿਆਂਗਾ ਅਤੇ ਫਿਰ ਇਤਿਹਾਸਕ ਘਟਨਾਵਾਂ ਦਾ ਬਿਲਕੁਲ ਤੱਥ, ਲੋਕਾਂ ਦਾ ਬਿਲਕੁਲ ਤੱਥ ਅਤੇ ਸ਼ਬਦ ਦਾਗਿਸਤਾਨ ਦਾ ਬਿਲਕੁਲ ਤੱਥ ਨਿਚੋੜ ਕੱਢਾਂਗਾ। ਹੋ ਸਕਦਾ ਹੈ ਕਿ ਇੰਝ ਲੱਗੇ ਕਿ ਦਾਗਿਸਤਾਨ ਦਾ ਮਤਲਬ ਸਾਰੇ ਦਾਗਿਸਤਾਨੀਆਂ ਲਈ ਇੱਕੋ ਹੈ, ਤਾਂ ਵੀ ਉਹਨਾਂ ਵਿੱਚੋਂ ਹਰ ਇੱਕ ਨੂੰ ਆਪਣਾ ਹੀ ਦਾਗਿਸਤਾਨ ਦਿਸਦਾ ਹੈ। ਮੇਰਾ ਵੀ ਆਪਣਾ ਦਾਗਿਸਤਾਨ ਹੈ, ਇੱਕੋ ਇੱਕ ਜਿਹੜਾ ਮੈਂ ਦੇਖ ਸਕਦਾ ਹਾਂ ਅਤੇ ਜਾਣ ਸਕਦਾ ਹਾਂ। ਉਸ ਦਾ ਤਾਣਾ ਅਤੇ ਉਸ ਦਾ ਪੇਟਾ ਉਸ ਸਭ ਕਾਸੇ ਤੋਂ ਉਣਿਆ ਗਿਆ ਹੈ ਜੋ ਕੁਝ ਮੈਂ ਅਤੇ ਸਾਰੇ ਪਿਛਲੇ ਅਤੇ ਹੁਣ ਦੇ ਦਾਗਿਸਤਾਨੀਆਂ ਨੇ ਭੋਗਿਆ ਹੈ। ਉਸ ਦੇ ਗੀਤਾਂ ਦੇ ਦਰਿਆਵਾਂ ਤੋਂ, ਉਸ ਦੀਆਂ ਅਖਾਉਤਾਂ ਅਤੇ ਉਸ ਦੀਆਂ ਚਟਾਨਾਂ ਤੋਂ, ਉਸ ਦੇ ਉਕਾਵਾਂ ਅਤੇ ਉਸ ਦੇ ਘੋੜੀਆਂ ਦੀਆਂ ਖੁਰੀਆਂ ਤੋਂ ਉਣਿਆ ਗਿਆ ਹੈ। ਆਪਣੀ ਨੋਟਬੁੱਕ ਵਿੱਚੋਂ ਕਿਸਲੋਵੋਦਾਸਕ ਸਿਹਤ ਸਥਾਨ ਵਿਖੇ ਮੇਰਾ ਕਮਰਾ ਉਜ਼ਬੇਕਿਸਤਾਨ ਤੋਂ ਆਏ ਇੱਕ ਆਦਮੀ ਨਾਲ ਸਾਂਝਾ ਹੈ। ਪਾਉ ਫਟਾਲੇ ਅਤੇ ਸੰਧਿਆ ਵੇਲੇ ਅਸੀਂ ਬਾਰੀ ਵਿੱਚੋਂ ਪਹਾੜ ਅਲਬਰੂਜ਼ ਦੀਆਂ ਚੌੜੀਆਂ ਚੋਟੀਆਂ ਦੇਖ ਸਕਦੇ ਹਾਂ। ਮੈਨੂੰ ਖਿਆਲ ਆਉਂਦਾ ਹੈ ਕਿ ਦੋ ਚੋਟੀਆਂ ਦੋ ਦੋਸਤਾਂ ਦੇ ਮੁੰਨੇ ਹੋਏ ਅਤੇ ਜੰਗ ਦੇ ਫੱਟਾਂ ਵਾਲੇ ਸਿਰਾਂ ਨਾਲ ਬਹੁਤ ਰਲਦੀਆਂ ਮਿਲਦੀਆਂ ਹਨ। ਜਿਹੜੇ ਦੋਸਤ ਸ਼ਾਮਿਲ ਦੇ ਨਿਧੜਕ ਮੁਰੀਦ ਸਨ। ਅਚਨਚੇਤ ਮੇਰਾ ਗੁਆਂਢੀ ਟਿੱਪਣੀ ਕਰਦਾ ਹੈ, ਦੋ ਚੋਟੀਆਂ ਮੈਨੂੰ ਬੁਖਾਰੇ ਤੋਂ ਆਏ ਧੌਲੇ ਸਿਰ ਵਾਲੇ ਬਜ਼ੁਰਗ ਦੀ ਯਾਦ ਦਿਵਾਉਂਦੀਆਂ ਨੇ, ਜਿਹੜਾ ਪੁਲਾਓ ਦੀਆਂ 2 ਥਾਲੀਆਂ ਲੈ ਕੇ ਜਾ ਰਿਹਾ ਹੋਵੇ ਅਤੇ ਆਪਣੇ ਸਾਹਮਣੇ ਦੀ ਵਾਦੀ ਦੇ ਪ੍ਰਭਾਤ ਦੇ ਦ੍ਰਿਸ਼ ਤੋਂ ਮੁਗਧ ਹੋਇਆ ਰਸਤੇ ਵਿੱਚ ਹੀ ਰੁਕ ਗਿਆ ਹੋਵੇ। ਆਪਣੀ ਨੋਟਬੁੱਕ ਵਿੱਚੋਂ ਜਦੋਂ ਮੈਂ ਕਲਕੱਤੇ ਸਾਂ ਤਾਂ ਮੈਂ ਰਵਿੰਦਰਨਾਥ ਟੈਗੋਰ ਦਾ ਘਰ ਦੇਖਣ ਗਿਆ, ਜਿੱਥੇ ਮੈਂ ਇੱਕ ਪੰਛੀ ਦਾ ਚਿੱਤਰ ਦੇਖਿਆ ਜਿਹੜਾ ਦੁਨੀਆ ਵਿੱਚ ਕਿਤੇ ਵੀ ਕਦੀ ਨਹੀਂ ਸੀ ਪਾਇਆ ਜਾਂਦਾ। ਇਹ ਟੈਗੋਰ ਦੀ ਆਤਮਾ ਵਿੱਚ ਉਸ ਦੀ ਕਲਪਨਾ ਦੇ ਫਲ ਵਜੋਂ ਜਨਮਿਆ ਅਤੇ ਜੀਵਿਆ ਸੀ। ਬੇਸ਼ੱਕ ਜੇ ਉਸ ਨੂੰ ਸੱਚਮੁੱਚ ਮੌਜੂਦ ਪੰਛੀਆਂ ਦਾ ਗਿਆਨ ਨਾ ਹੁੰਦਾ ਤਾਂ ਉਹ ਕਦੀ ਵੀ ਆਪਣੇ ਕਾਲਪਨਿਕ ਪੰਛੀ ਦਾ ਚਿੱਤਰ ਨਾ ਪੈਦਾ ਕਰ ਸਕਦਾ। ਮੇਰੇ ਕੋਲ ਵੀ ਇਹੋ ਜਿਹੇ ਅਦਭੁਤ ਪੰਛੀ ਹੈ, ਮੇਰਾ ਦਾਗਿਸਤਾਨ। ਇਸੇ ਕਰਕੇ ਜੇ ਵਧੇਰੇ ਠੀਕ ਕਹਿਣਾ ਹੋਵੇ ਤਾਂ ਮੇਰੀ ਕਿਤਾਬ ਦਾ ਨਾਮ ਮੇਰਾ ਦਾਗਿਸਤਾਨ ਹੋਣਾ ਚਾਹੀਦਾ ਹੈ। ਇਸ ਲਈ ਨਹੀਂ ਕਿ ਇਹ ਮੇਰੀ ਮਲਕੀਅਤ ਹੈ, ਸਗੋਂ ਇਸ ਲਈ ਦਾਗਿਸਤਾਨ ਬਾਰੇ ਮੇਰਾ ਸੰਕਲਪ ਦੂਜੇ ਲੋਕਾਂ ਦੇ ਸੰਕਲਪ ਨਾਲੋਂ ਵੱਖਰਾ ਹੈ ਅਤੇ ਇਸ ਲਈ ਮਾਮਲਾ ਤੈਅ ਹੋਇਆ। ਮੇਰੀ ਕਿਤਾਬ ਦੀ ਜਿਲਦ ਉੱਤੇ ਲਿਖਿਆ ਹੋਵੇਗਾ, ਮੇਰਾ ਦਾਗਿਸਤਾਨ। ਮੰਤਰੀਆਂ ਦੀ ਕਾਨਫਰੰਸ ਵਿੱਚ ਘੜੀ ਪਲ ਲਈ ਚੁੱਪ ਛਾ ਜਾਂਦੀ ਹੈ ਅਤੇ ਕੋਈ ਹੋਰ ਇਤਰਾਜ਼ ਨਹੀਂ ਹੁੰਦੇ। ਇੱਕਦਮ ਇੱਕ ਮੰਤਰੀ ਉੱਠਦਾ ਹੈ ਅਤੇ ਮੰਚ 'ਤੇ ਚੜ੍ਹ ਜਾਂਦਾ ਹੈ। ਮੇਰਾ ਦਾਗਿਸਤਾਨ, ਮੇਰੇ ਪਹਾੜ, ਮੇਰੇ ਦਰਿਆ। ਹਾਂ, ਇਹ ਸ਼ਾਇਦ ਇੰਨਾ ਮਾੜਾ ਨਾ ਹੋਵੇ, ਪਰ ਜਦੋਂ ਤੁਸੀਂ ਜਵਾਨ ਹੁੰਦੇ ਹੋ, ਵਿਦਿਆਰਥੀ ਉਮਰੇ, ਸਿਰਫ ਉਦੋਂ ਹੀ ਤੁਹਾਨੂੰ ਹੋਸਟਲ ਵਿੱਚ ਰਹਿਣ ਦਾ ਮਜ਼ਾ ਆਉਂਦਾ ਹੈ। ਮਗਰੋਂ ਆਦਮੀ ਆਪਣਾ ਕਮਰਾ, ਸਗੋਂ ਆਪਣਾ ਘਰ ਵੱਖਰਾ ਲੈਣਾ ਚਾਹੁੰਦਾ ਹੈ। ਸਿਰਫ ਇਹ ਕਹਿਣਾ ਕਾਫੀ ਨਹੀਂ, ਮੇਰਾ ਚੁੱਲ੍ਹਾ, ਉਸ ਚੁੱਲ੍ਹੇ ਵਿੱਚ ਅੱਗ ਵੀ ਬਲਦੀ ਹੋਣੀ ਚਾਹੀਦੀ ਹੈ। ਨਾ ਹੀ ਇਹ ਕਹਿਣਾ ਕਾਫੀ ਹੈ, ਮੇਰਾ ਪੰਗੂੜਾ, ਉਸ ਪੰਗੂੜੇ ਵਿੱਚ ਕੋਈ ਬੱਚਾ ਵੀ ਪਿਆ ਹੋਣਾ ਚਾਹੀਦਾ ਹੈ। ਤਾਂ ਫਿਰ ਮੇਰਾ ਦਾਗਿਸਤਾਨ ਕਹਿਣਾ ਕਾਫੀ ਨਹੀਂ, ਇਹਨਾਂ ਲਫ਼ਜ਼ਾਂ ਪਿੱਛੇ ਕੋਈ ਵਿਚਾਰ ਹੋਣਾ ਚਾਹੀਦਾ ਹੈ। ਦਾਗਿਸਤਾਨ ਦੀ ਹੋਣੀ, ਦਾਗਿਸਤਾਨ ਜਿਵੇਂ ਕਿ ਇਹ ਅੱਜ ਹੈ। ਤੁਸੀਂ ਸਾਰਿਆਂ ਨੇ ਸਾਡੇ ਕੌਮੀ ਕਵੀ ਸੁਲੇਮਾਨ ਸਤਾਲਸਕੀ ਦੀ ਸਿਆਣਪ ਬਾਰੇ ਸੁਣਿਆ ਹੋਵੇਗਾ। ਉਹ ਸਮਝਦਾ ਸੀ ਜੋ ਕੁਝ ਮੈਂ ਹੁਣ ਕਹਿਣ ਲੱਗਾ ਹਾਂ ਉਸਨੇ ਇਹ ਕਿਹਾ ਸੀ। ਮੈਂ ਲੇਜ਼ਗੀਨ ਜਾਂ ਦਾਗਿਸਤਾਨੀ ਜਾਂ ਕਾਕੇਸ਼ੀਆਈ ਕਵੀ ਨਹੀਂ ਹਾਂ, ਮੈਂ ਸੋਵੀਅਤ ਕਵੀ ਹਾਂ ਅਤੇ ਇਸ ਵਾਰੀ ਵਿਸ਼ਾਲ ਭੂਮੀ ਦਾ ਮਾਲਕ। ਇਹ ਕਿਹਾ ਸੀ ਇਸ ਧੌਲੇ ਸਿਰ ਵਾਲੇ ਸਿੱਧ ਪੁਰਸ਼ ਨੇ
ਤੇ ਤੂੰ ਇੱਕੋ ਰਾਗ ਮੁੜ ਮੁੜ ਕੇ ਅਲਾਪੀ ਜਾਂਦਾ ਹੈ। ਮੇਰੀ ਆਉੜ, ਮੇਰੇ ਪਹਾੜ, ਮੇਰਾ ਦਾਗਿਸਤਾਨ। ਕਿਸੇ ਨੂੰ ਇੰਝ ਲੱਗ ਸਕਦਾ ਹੈ ਕਿ ਜਿਵੇਂ ਤੇਰੇ ਲਈ ਸਾਰੀ ਦੁਨੀਆ ਦਾਗਿਸਤਾਨ ਨਾਲ ਸ਼ੁਰੂ ਹੁੰਦੀ ਤੇ ਉੱਥੇ ਹੀ ਜਾ ਮੁੱਕਦੀ ਹੈ। ਕੀ ਕ੍ਰੈਮਲਿਨ ਨਹੀਂ, ਜਿੱਥੋਂ ਸਾਰੀ ਦੁਨੀਆ ਦਾ ਆਰੰਭ ਹੁੰਦਾ ਹੈ। ਇਹ ਗੱਲ ਹੈ ਕਿ ਜਿਹੜੀ ਮੈਨੂੰ ਤੇਰੇ ਸਿਰਲੇਖ ਵਿੱਚ ਨਹੀਂ ਦਿਸਦੀ। ਤੂੰ ਸੀਨਾ ਤਾਂ ਬਣਾ ਲਿਆ ਹੈ, ਪਰ ਉਸ ਦੇ ਅੰਦਰ ਇੱਕ ਧੜਕਦਾ ਦਿਲ ਰੱਖਣਾ ਭੁੱਲ ਗਿਆ ਹੈ। ਤੂੰ 2 ਅੱਖਾਂ ਬਣਾ ਦਿੱਤੀਆਂ ਨੇ, ਪਰ ਉਹਨਾਂ ਨੂੰ ਜਿੱਤਣ ਦੀ ਚਮਕ ਬਖਸ਼ਣਾ ਭੁੱਲ ਗਿਆ ਹੈ। ਨਿਰਜਿਤ ਅੱਖਾਂ 2 ਅੰਗੂਰਾਂ ਵਰਗੀਆਂ ਲੱਗਦੀਆਂ ਨੇ ਤੇ ਬਸ। ਨਿਰਜਿਤ ਅੱਖਾਂ 2 ਅੰਗੂਰਾਂ ਵਰਗੀਆਂ ਲੱਗਦੀਆਂ ਨੇ ਤੇ ਬਸ। ਇੱਕ ਪ੍ਰਭਾਵਸ਼ਾਲੀ ਉਪਮਾ ਦੇਣ ਤੋਂ ਪਿੱਛੋਂ ਤੀਜਾ ਮੰਤਰੀ ਸਵੈ ਮਹੱਤਤਾ ਵਾਲੇ ਅੰਦਾਜ਼ ਨਾਲ ਮੰਚ ਤੋਂ ਹੇਠਾਂ ਉਤਰ ਆਉਂਦਾ ਹੈ ਤੇ ਆਪਣੀ ਥਾਂ ਉੱਤੇ ਆ ਬੈਠਦਾ ਹੈ। ਉਸਦੀ ਕਛ ਵਿੱਚ ਮੋਟੀਆਂ ਤੇ ਬੜੀਆਂ ਗੰਭੀਰ ਸੈਂਚੀਆਂ ਵਿੱਚੋਂ ਟੂਕਾਂ ਵਾਲੇ ਕਾਗਜ਼ਾਂ ਦਾ ਥੱਬਾ ਹੈ। ਉਸਦੀ ਨਜ਼ਰ ਕਹਿੰਦੀ ਲੱਗਦੀ ਹੈ ਕਿ ਕੋਈ ਗੱਲ ਨਹੀਂ ਰਹਿ ਗਈ ਜਿਹੜੀ ਦੂਜੇ ਮੇਰੀ ਗੱਲ ਨਾ ਰਲਾ ਸਕਣ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਵਿੱਚ ਕੁਝ ਨਹੀਂ ਜਮ੍ਹਾਂ ਕੀਤਾ ਜਾ ਸਕਦਾ। ਇਸ ਨੁਕਤੇ ਉੱਤੇ ਆ ਕੇ ਕਾਨਫਰੰਸ ਦਾ ਇੱਕ ਹੋਰ ਮੈਂਬਰ ਮੰਚ ਉੱਪਰ ਆਉਂਦਾ ਹੈ। ਚੁਸਤ ਤੇ ਖੁਸ਼ ਮਿਜਾਜ ਆਦਮੀ ਜਿਹੜਾ ਦੂਜਿਆਂ ਨਾਲੋਂ ਕੁਝ ਵਧੇਰੇ ਨੌਜਵਾਨ ਲੱਗਦਾ ਹੈ। ਉਸ ਦਾ ਭਾਸ਼ਣ ਦੂਜਿਆਂ ਨਾਲੋਂ ਇੱਕ ਗੱਲੋਂ ਵੱਖਰਾ ਹੈ ਕਿ ਉਹ ਕਵਿਤਾ ਵਿੱਚ ਹੈ। ਬੈਠੇ ਜਨ ਦੀ ਕੋਈ ਨਾ ਦੱਸ ਸਕੇ ਚਾਲ ਸੁਚਾਲ। ਬੈਠੇ ਜਨ ਦੀ ਕੋਈ ਨਾ ਦੱਸ ਸਕੇ ਚਾਲ ਸੁਚਾਲ। ਸੁੱਤੇ ਤੋਂ ਕੀ ਜਾਣੀਏ ਕਿ ਉਹ ਨੇਤਰਹੀਣ। ਖਾਦਿਆਂ ਦੇਖ ਕਿਸੇ ਦੀ ਹਿੰਮਤ ਦੱਸਣੀ ਬੜੀ ਮੁਹਾਲ। ਚੁੱਪ ਕਦੀ ਨਾ ਦੱਸਦੀ ਕੋਈ ਸਾਫ਼ ਦਿਲ ਇਹ ਜਾਂ ਮਲੀਨ। ਹੁਣ ਜੋ ਮੈਂ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ, ਉਹ ਗੱਲ ਤੋਰਦਾ ਹੈ ਬੜੀ ਚੰਗੀ ਗੱਲ ਹੈ ਜਦੋਂ ਕੋਈ ਵਿਚਾਰ ਮੌਜੂਦ ਹੋਵੇ, ਖਾਸ ਕਰਕੇ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਨੇ ਦੱਸਿਆ ਹੈ। ਪਰ ਕਦੀ ਇੰਝ ਵਾਪਰਦਾ ਹੈ ਕਿ ਲੋਕਾਂ ਕੋਲ ਹੋ ਸਕਦਾ ਹੈ ਨਾ ਸਿਰਫ ਕਿੰਨੇ ਸਾਰੇ ਵਿਚਾਰ ਹੀ ਹੋਣ, ਸਗੋਂ ਬਹੁਤ ਜ਼ਿਆਦਾ ਵਿਚਾਰਧਾਰਾ ਵੀ ਹੋਵੇ ਜਿਹੜੀ ਕਿ ਹਥਲੇ ਵਿਚਾਰ ਲਈ ਹਾਨੀਕਾਰਕ ਹੋ ਸਕਦੀ ਹੈ। ਕਿਤਾਬ ਦਾ ਨਾਂ ਪਾਪਾ ਖਾਂ ਵਾਂਗ ਹੁੰਦਾ ਹੈ। ਕਿਹੜੀ ਚੀਜ਼ ਜ਼ਿਆਦਾ ਮਹੱਤਵਪੂਰਨ ਹੈ, ਪਾਪਾ ਖਾਂ ਜਾਂ ਇਸ ਦੇ ਹੇਠਲਾ ਸਿਰ? ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਚਾਹੁੰਦਾ ਹਾਂ ਕਿ 3 ਸ਼ਿਕਾਰੀਆਂ ਨੇ ਭੇੜੀਏ ਨੂੰ ਕਿਵੇਂ ਫੜਿਆ। ਕੀ ਸ਼ਿਕਾਰੀ ਦੇ ਮੋਢਿਆਂ ਉੱਤੇ ਸੱਚਮੁੱਚ ਸਿਰ ਹੈ ਸੀ? ਇੱਕ ਸਵਾਲ, ਕੀ ਸ਼ਿਕਾਰੀ ਦੇ ਮੋਢਿਆਂ ਉੱਤੇ ਸੱਚਮੁੱਚ ਸਿਰ ਹੈ ਸੀ? ਪ੍ਰਸ਼ਨ। 3 ਸ਼ਿਕਾਰੀਆਂ ਨੂੰ ਪਤਾ ਲੱਗਾ ਕਿ ਇੱਕ ਭੇੜੀਆ ਉਹਨਾਂ ਦੇ ਪਿੰਡ ਦੇ ਨੇੜੇ ਹੇਠਾਂ ਖੱਡ ਵਿੱਚ ਰਹਿ ਰਿਹਾ ਹੈ। ਉਹਨਾਂ ਨੇ ਉਸਨੂੰ ਫੜਨ ਤੇ ਮਾਰਨ ਦਾ ਫੈਸਲਾ ਕੀਤਾ। ਉਹਨਾਂ ਨੇ ਇਹ ਕੰਮ ਕਿਵੇਂ ਕੀਤਾ, ਇਸ ਬਾਰੇ ਲੋਕਾਂ ਵਿੱਚ ਕਈ ਕਹਾਣੀਆਂ ਪ੍ਰਚਲਿਤ ਨੇ। ਇੱਕ ਇਸ ਪ੍ਰਕਾਰ ਹੈ ਜਿਹੜੀ ਮੈਂ ਬਚਪਨ ਵਿੱਚ ਸੁਣੀ ਸੀ। ਸ਼ਿਕਾਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਭੇੜੀਏ ਨੇ ਇੱਕ ਗੁਫਾ ਵਿੱਚ ਸ਼ਰਨ ਲੈ ਲਈ। ਇਸ ਦੇ ਅੰਦਰ ਜਾਣ ਲਈ ਸਿਰਫ ਇੱਕ ਰਾਹ ਸੀ ਜਿਹੜਾ ਬੜਾ ਤੰਗ ਸੀ। ਸਿਰਫ ਆਦਮੀ ਦਾ ਸਿਰ ਹੀ ਅੰਦਰ ਜਾ ਸਕਦਾ ਸੀ, ਜ਼ਿਆਦਾ ਨਹੀਂ। ਸ਼ਿਕਾਰੀਆਂ ਨੇ ਚਟਾਨ ਦੇ ਪਿੱਛੇ ਪੋਜੀਸ਼ਨਾਂ ਲੈ ਲਈਆਂ, ਬੰਦੂਕਾਂ ਗੁਫਾ ਦੇ ਮੂੰਹ ਵੱਲ ਸੇਧ ਲਈਆਂ ਤੇ ਭੇੜੀਏ ਦੇ ਬਾਹਰ ਨਿਕਲਣ ਦੀ ਉਡੀਕ ਕਰਨ ਲੱਗੇ। ਪਰ ਭੇੜੀਆ ਕੋਈ ਮੂਰਖ ਨਹੀਂ ਸੀ ਤੇ ਆਪਣੀ ਸ਼ਰਨ ਵਾਲੀ ਥਾਂ ਆਰਾਮ ਨਾਲ ਪਿਆ ਰਿਹਾ। ਇਸ ਲੜਾਈ ਵਿੱਚ ਉਸੇ ਧਿਰ ਨੇ ਹਾਰਨਾ ਸੀ ਜਿਸ ਦਾ ਸਬਰ ਪਹਿਲਾਂ ਖਤਮ ਹੋ ਜਾਂਦਾ। ਇੱਕ ਸ਼ਿਕਾਰੀ ਉਡੀਕ ਕੇ ਅੱਕ ਗਿਆ ਤੇ ਉਸਨੇ ਗੁਫਾ ਦੇ ਅੰਦਰ ਘੁਸੜਨ ਦਾ ਤੇ ਭੇੜੀਏ ਨੂੰ ਡਰਾਉਣ ਦਾ ਫੈਸਲਾ ਕੀਤਾ। ਉਹ ਗੁਫਾ ਦੇ ਮੰਗੋਰੇ ਕੋਲ ਗਿਆ ਤੇ ਆਪਣਾ ਸਿਰ ਅੰਦਰ ਤੁੰਨ ਦਿੱਤਾ। ਕਿੰਨਾ ਚਿਰ ਉਸ ਦੇ ਸਾਥੀ ਉਸ ਨੂੰ ਦੇਖਦੇ ਰਹੇ, ਪਰ ਉਹਨਾਂ ਨੂੰ ਸਮਝ ਨਾ ਆਵੇ ਕਿ ਕਿਉਂ ਉਹ ਅੰਦਰ ਜਾਣ ਦੀ ਜਾਂ ਘੱਟੋ ਘੱਟ ਆਪਣਾ ਸਿਰ ਬਾਹਰ ਕੱਢਣ ਦੀ ਕੋਈ ਕੋਸ਼ਿਸ਼ ਨਹੀਂ ਸੀ ਕਰ ਰਿਹਾ।
ਜਦੋਂ ਆਖਰ ਉਹ ਉਡੀਕ ਕੇ ਥੱਕ ਗਏ ਤੇ ਉਹਨਾਂ ਨੂੰ ਜਦੋਂ ਆਖਰ ਉਹ ਉਡੀਕ ਕੇ ਥੱਕ ਗਏ ਤੇ ਉਸ ਨੂੰ ਖਿੱਚ ਕੇ ਬਾਹਰ ਕੱਢਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਸ ਦਾ ਤਾਂ ਸਿਰ ਹੀ ਨਹੀਂ। ਉਹਨਾਂ ਨੇ ਇੱਕ ਦੂਜੇ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਸਦੇ ਮੋਢਿਆਂ ਉੱਤੇ ਸਿਰ ਹੈ ਸੀ ਜਦੋਂ ਉਸਨੇ ਗੁਫਾ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਲੱਗਦਾ ਤਾਂ ਸੀ ਕਿ ਉਸਦਾ ਸਿਰ ਹੈ, ਪਰ ਦੂਜੇ ਨੂੰ ਯਕੀਨ ਸੀ ਕਿ ਸਿਰ ਹੋ ਹੀ ਨਹੀਂ ਸੀ ਸਕਦਾ। ਸਿਰ ਤੋਂ ਬਿਨਾਂ ਸਰੀਰ ਆਉਲ ਵਿੱਚ ਲਿਆਂਦਾ ਗਿਆ ਤੇ ਵਾਸੀਆਂ ਨੂੰ ਪਤਾ ਲੱਗਾ ਕਿ ਕੀ ਵਾਪਰ ਗਿਆ ਸੀ। ਇੱਕ ਬਜ਼ੁਰਗ ਬੋਲਿਆ ਕਿ ਜਿਸ ਤਰ੍ਹਾਂ ਨਾਲ ਸ਼ਿਕਾਰੀ ਨੇ ਭੇੜੀਏ ਨੂੰ ਕਾਬੂ ਕਰਨ ਲਈ ਘੁਸੜ ਕੇ ਗੁਫਾ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਸੀ, ਉਸ ਤੋਂ ਅੰਦਾਜ਼ਾ ਲਾਇਆ ਤਾਂ ਉਸਦੇ ਮੋਢਿਆਂ ਉੱਪਰ ਮੁੱਦਤਾਂ ਤੋਂ ਸ਼ਾਇਦ ਉਸ ਦੇ ਜਨਮ ਤੋਂ ਹੀ ਕੋਈ ਸਿਰ ਨਹੀਂ ਸੀ। ਮਾਮਲਾ ਉਸਦੀ ਵਿਧਵਾ ਕੋਲ ਲਿਆਂਦਾ ਗਿਆ ਕਿ ਉਹ ਇਸ ਸਵਾਲ ਦਾ ਜਵਾਬ ਦੇਵੇ। ਮੈਨੂੰ ਕੀ ਪਤਾ ਮੇਰੇ ਘਰ ਵਾਲੇ ਦਾ ਸਿਰ ਹੈ ਸੀ ਜਾਂ ਨਹੀਂ। ਮੈਨੂੰ ਤਾਂ ਇੰਨਾ ਯਾਦ ਹੈ ਕਿ ਉਹ ਹਰ ਸਾਲ ਆਪਣੇ ਲਈ ਨਵਾਂ ਪਾਪਾ ਖਾਂ ਖਰੀਦਦਾ ਹੁੰਦਾ ਸੀ। ਵਿਚਾਰ ਕਰਨੀ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ, ਕਥਨੀ ਵਿੱਚ ਨਹੀਂ। ਇਹ ਖੁਦ ਕਿਤਾਬ ਵਿੱਚ ਮਿਲਿਆ ਹੋਣਾ ਚਾਹੀਦਾ ਹੈ। ਇਸ ਨੂੰ ਕਿਤਾਬ ਦੀ ਜਿਲਦ ਤੋਂ ਹੀ ਪਾਟੀ ਹੋਈ ਆਵਾਜ਼ ਵਿੱਚ ਨਹੀਂ ਚਲਾਉਣਾ ਚਾਹੀਦਾ। ਜਿਹੜਾ ਲਫ਼ਜ਼ ਤਕਰੀਰ ਦੇ ਅਖੀਰ ਉੱਤੇ ਬੋਲਿਆ ਜਾ ਸਕਦਾ ਹੈ, ਉਹ ਆਰੰਭ ਵਿੱਚ ਹੀ ਨਹੀਂ ਬੋਲਣਾ ਚਾਹੀਦਾ। ਨਵ ਜਨਮੇ ਬਾਲ ਦੇ ਚੰਗੇ ਜੀਵਨ ਨੂੰ ਯਕੀਨੀ ਬਣਾਉਣ ਲਈ ਤੇ ਬਿਮਾਰੀ, ਦੁੱਖ ਤੇ ਪੀੜਾ ਨੂੰ ਦੂਰ ਰੱਖਣ ਲਈ ਉਸ ਦੇ ਗਲ ਵਿੱਚ ਅਕਸਰ ਤਵੀਤ ਪਾ ਦਿੱਤਾ ਜਾਂਦਾ ਹੈ। ਆਓ ਹੁਣ ਇਸ ਬਾਰੇ ਦਿਮਾਗ ਨਾ ਲੜਾਈਏ ਕਿ ਤਵੀਤ ਇਹ ਸਾਰਾ ਕੁਝ ਸੱਚਮੁੱਚ ਕਰਦਾ ਹੈ ਜਾਂ ਨਹੀਂ, ਪਰ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਨਜ਼ਰੋਂ ਓਲੇ ਪਹਿਨਿਆ ਜਾਂਦਾ ਹੈ, ਸਰੀਰ ਦੇ ਨਾਲ ਤੇ ਦਿਖਾਇਆ ਨਹੀਂ ਜਾਂਦਾ। ਹਰ ਕਿਤਾਬ ਵਿੱਚ ਕੋਈ ਇਸ ਤਰ੍ਹਾਂ ਦਾ ਤਵੀਤ ਹੋਣਾ ਚਾਹੀਦਾ ਹੈ ਕਿਤੇ ਨਜ਼ਰ ਤੋਂ ਪਰੇ, ਪਾਠਕ ਦੇ ਅੰਦਾਜ਼ਾ ਲਾਉਣ ਲਈ ਕਿ ਇਹ ਕੀ ਹੈ। ਜਾਂ ਜਦੋਂ ਉਰਪੇਚ ਬਣਾਈ ਜਾਂਦੀ ਹੈ ਤਾਂ ਇਸ ਵਿੱਚ ਥੋੜ੍ਹਾ ਜਿਹਾ ਸ਼ਾਇਦ ਮਿਲਾ ਦਿੱਤਾ ਜਾਂਦਾ ਹੈ। ਸ਼ਾਇਦ ਮਿੱਠੀ ਤੇ ਖੁਸ਼ਬੂਦਾਰ ਸ਼ਰਾਬ ਵਿੱਚ ਘੁਲ ਜਾਂਦਾ ਹੈ, ਪਰ ਤੁਸੀਂ ਨਾ ਇਸ ਨੂੰ ਦੇਖ ਸਕਦੇ ਹੋ ਨਾ ਮਹਿਸੂਸ ਕਰ ਸਕਦੇ ਹੋ। ਜਾਂ ਬੰਬਈ ਸ਼ਹਿਰ ਵਿੱਚ ਇੱਕ ਬਾਗ ਹੈ ਜਿਹੜਾ ਦੇਖਣ ਨੂੰ ਹਮੇਸ਼ਾ ਹੀ ਹਰਿਆ ਭਰਿਆ ਲੱਗਦਾ ਹੈ, ਪਰ ਆਪਣੇ ਆਸ-ਪਾਸ ਦੀ ਲੂੰ ਦੇਣ ਵਾਲੀ ਗਰਮੀ ਦੇ ਬਾਵਜੂਦ ਕਦੀ ਨਹੀਂ ਸੁੱਕਦਾ ਜਾਂ ਕੁਮਲਾਉਂਦਾ। ਇਹ ਇਸ ਲਈ ਕਿਉਂਕਿ ਉਸ ਦੇ ਹੇਠਾਂ ਧਰਤੀ ਵਿੱਚ ਇੱਕ ਛੱਪੜ ਹੈ, ਨਜ਼ਰਾਂ ਤੋਂ ਲੁਕਿਆ ਹੋਇਆ, ਜਿਹੜਾ ਦਰੱਖਤਾਂ ਨੂੰ ਠੰਡਾ ਤੇ ਜੀਵਨਦਾਤਾ ਪਾਣੀ ਦਿੰਦਾ ਰਹਿੰਦਾ ਹੈ। ਕੋਈ ਵਿਚਾਰ ਉਸ ਪ੍ਰਕਾਰ ਦਾ ਪਾਣੀ ਨਹੀਂ ਹੁੰਦਾ ਜਿਹੜਾ ਚਟਾਨਾਂ ਦੇ ਵਿੱਚੋਂ ਦੀ ਦੁੜ ਕੇ ਲਾਉਂਦਾ ਫੁਹਾਰਾਂ ਦਾ ਬੱਦਲ ਛੂੰਹਦਾ ਹੋਇਆ ਹੇਠਾਂ ਆਉਂਦਾ ਹੈ। ਸਗੋਂ ਐਸਾ ਪਾਣੀ ਹੁੰਦਾ ਹੈ ਜਿਹੜਾ ਅੱਖਾਂ ਤੋਂ ਓਲੇ ਤਪੀ ਹੋਈ ਧਰਤੀ ਨੂੰ ਨਮੀ ਪਹੁੰਚਾਉਂਦਾ ਤੇ ਬੂਟਿਆਂ ਦੇ ਦਰੱਖਤਾਂ ਦੀਆਂ ਜੜ੍ਹਾਂ ਨੂੰ ਪਾਲਦਾ ਹੈ। ਇਹ ਸਭ ਕੁਝ ਕਹਿਣ ਤੋਂ ਤੁਹਾਡਾ ਕੀ ਮਤਲਬ ਹੈ? ਕਿਤਾਬਾਂ ਵਿਚਕਾਰ ਤੇ ਦੂਜੇ ਹਵਾਲਾਂ ਸੋਮਿਆਂ ਵਿਚਕਾਰ ਘਿਰਿਆ ਬੈਠਾ ਮੰਤਰੀ ਮੇਜ਼ ਨੂੰ ਆਪਣੇ ਮੁੱਕੇ ਨਾਲ ਕੁੱਟਦਾ ਹੋਇਆ ਕੂਕ ਉੱਠਿਆ। ਕੀ ਇਸ ਵਿੱਚ ਕੋਈ ਫਰਕ ਨਹੀਂ ਕਿ ਪਾਪਾ ਖਾਂ ਨੂੰ ਕੀ ਸਜ਼ਾ ਰਿਹਾ ਹੈ? ਪਾਪਾ ਖਾਂ ਨੂੰ ਕੀ ਸਜ਼ਾ ਰਿਹਾ ਹੈ? ਚਿੱਟੀ ਪਗੜੀ ਜਾਂ ਲਾਲ ਰੀਬਨ ਜਾਂ 5 ਕੋਨਾ ਸਿਤਾਰਾ? ਕੀ ਇਸ ਵਿੱਚ ਕੋਈ ਫਰਕ ਨਹੀਂ ਕਿ ਆਦਮੀ ਨੇ ਆਪਣੀ ਛਾਤੀ ਉੱਤੇ ਕੀ ਲਾਇਆ ਹੋਇਆ ਹੈ? ਲਾਲ ਆਰਡਰ ਜਾਂ ਕਾਲਾ ਕਰਾਸ? ਸੋ ਤੁਹਾਡਾ ਖਿਆਲ ਹੈ ਕਿ ਸਭ ਤੋਂ ਮਹੱਤਵਪੂਰਨ ਚੀਜ਼ ਕੁਦਰਤੀ ਮਨੁੱਖੀ ਦਿਆਲਤਾ ਹੈ। ਬੰਦੇ ਨੂੰ ਇੱਕੋ ਵੇਲੇ ਤਾਨੂਸੀ ਆਊਲ ਤੇ ਹਸਨ ਵਰਗਾ ਨਹੀਂ ਹੋਣਾ ਚਾਹੀਦਾ। ਗੋਨੋਖ ਵਿੱਚ ਅਧਿਆਪਕ, ਗਿਣ ਵਿਚੂਤਲ ਵਿੱਚ ਯੁਵਕ ਕਮਿਊਨਿਸਟ ਲੀਗ ਦਾ ਪ੍ਰਬੰਧਕ ਤੇ ਖੂਨਜਾਮ ਵਿੱਚ ਮੁੱਲਾ। ਇਹੀ ਗੱਲ ਕਿਤਾਬ ਉੱਤੇ ਟੁਕਦੀ ਹੈ। ਨਹੀਂ ਤੇ ਇੱਕ ਵਾਰੀ ਫਿਰ ਨਹੀਂ। ਵਿਚਾਰ ਇੱਕ ਝੰਡੇ ਵਾਂਗ ਹੁੰਦਾ ਹੈ ਜਿਸ ਨੂੰ ਨਜ਼ਰਾਂ ਤੋਂ ਲੁਕਾਇਆ ਨਹੀਂ ਜਾਣਾ ਚਾਹੀਦਾ। ਇਸ ਨੂੰ ਬੁਲੰਦ ਰੱਖਿਆ ਜਾਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਨਾਲ
ਲਿਜਾਇਆ ਜਾਣਾ ਚਾਹੀਦਾ ਹੈ ਕਿ ਲੋਕ ਇਸ ਨੂੰ ਦੇਖ ਸਕਣ ਅਤੇ ਇਸ ਦੇ ਮਗਰ ਲੱਗ ਸਕਣ। ਆ ਜਿਹੜਾ ਇਹਨਾਂ ਲਫ਼ਜ਼ਾਂ ਉੱਤੇ ਇਤਰਾਜ਼ ਕਰਦਾ ਹੈ, ਰੱਬ ਕਰੇ ਉਸ ਦੀ ਪਤਨੀ ਉਸ ਵੱਲ ਬੇਵਫਾ ਹੋਵੇ। ਨੌਜਵਾਨ ਮੰਤਰੀ ਨੇ ਜਵਾਬ ਦਿੱਤਾ, ਪਰ ਤੁਸੀਂ ਜੋ ਚਾਹੁੰਦੇ ਹੋ ਉਹ ਇਹ ਹੈ ਕਿ ਝੰਡਾ ਉਹਨਾਂ ਲੋਕਾਂ ਤੋਂ ਵੱਖ ਰਹੇ ਜਿਹੜੇ ਇਸ ਵੱਲ ਦੇਖ ਰਹੇ ਹਨ। ਦੂਜੇ ਸ਼ਬਦਾਂ ਵਿੱਚ ਤੁਸੀਂ ਚਾਹੁੰਦੇ ਹੋ ਕਿ ਵਿਚਾਰ ਨੂੰ ਮਨੁੱਖ ਰੂਹਾਂ ਦੇ ਦਿਲਾਂ ਤੋਂ ਅੱਡ ਹੋ ਕੇ ਜਿਉਣਾ ਚਾਹੀਦਾ ਹੈ। ਤੁਸੀਂ ਉਹਨਾਂ ਨੂੰ ਦੋ ਵੱਖੋ ਵੱਖਰੇ ਛਕੜਿਆਂ ਵਿੱਚ ਰੱਖ ਦਿਓਗੇ, ਪਰ ਫਰਜ਼ ਕਰੋ ਕਿ ਦੋਵੇਂ ਛਕੜੇ ਵੱਖੋ ਵੱਖਰਾ ਰਾਹ ਫੜ ਲੈਂਦੇ ਹਨ। ਤੁਸੀਂ ਕਹਿੰਦੇ ਹੋ ਕਿ ਆਦਮੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਅਵਾਰ ਜਾਂ ਦਾਗਿਸਤਾਨੀ ਨਾ ਸਮਝੇ, ਸਗੋਂ ਸਿਰਫ ਇੱਕ ਸੋਵੀਅਤ ਸ਼ਹਿਰੀ ਸਮਝੇ। ਪਰ ਮੈਂ ਉਦਾਹਰਨ ਵਜੋਂ ਆਪਣੇ ਆਪ ਨੂੰ ਇੱਕੋ ਵੇਲੇ ਇੱਕ ਅਵਾਰ ਦਾਗਿਸਤਾਨ ਦਾ ਸਪੂਤ ਅਤੇ ਸੋਵੀਅਤ ਸ਼ਹਿਰੀ ਸਮਝਦਾ ਹਾਂ। ਯਕੀਨਨ ਇਹ ਸੰਕਲਪ ਇੱਕ ਦੂਜੇ ਨੂੰ ਬੇਦਖਲ ਨਹੀਂ ਕਰਦੇ। ਇਹ ਸਾਰੇ ਜਾਣਦੇ ਹਨ ਕਿ ਦੁਨੀਆ ਕ੍ਰੈਮਲਿਨ ਤੋਂ ਸ਼ੁਰੂ ਹੁੰਦੀ ਹੈ। ਮੇਰਾ ਵੀ ਇਹੀ ਖਿਆਲ ਹੈ, ਪਰ ਮੇਰੇ ਲਈ ਦੁਨੀਆ ਮੇਰੇ ਉਸ ਘਰ ਤੋਂ ਵੀ ਜਿੱਥੇ ਮੈਂ ਜੰਮਿਆ ਸਾਂ, ਮੇਰੀ ਸਕਲੀਆ ਦੀਆਂ ਬਰੂਹਾਂ ਤੋਂ ਅਤੇ ਉਸ ਆਓ ਤੋਂ ਵੀ ਸ਼ੁਰੂ ਹੁੰਦੀ ਹੈ ਜਿਸ ਵਿੱਚ ਮੈਂ ਰਹਿੰਦਾ ਹਾਂ। ਕ੍ਰੈਮਲਿਨ ਅਤੇ ਮੇਰੀ ਆਓ ਕਮਿਊਨਿਜ਼ਮ ਦੇ ਵਿਚਾਰ ਅਤੇ ਦੇਸ਼ ਭਗਤੀ ਦੀ ਭਾਵਨਾ ਪੰਛੀ ਦੇ ਦੋ ਪਰਾਂ ਵਾਂਗ ਹਨ, ਮੇਰੇ ਪੰਡੂਰ ਦੀਆਂ ਦੋ ਤਾਰਾਂ ਵਾਂਗ। ਕੋਈ ਇੱਕੋ ਲੱਤ ਉੱਤੇ ਕਿਉਂ ਕੁੱਦੇ? ਇਸੇ ਲਈ ਤੁਹਾਨੂੰ ਇਸ ਕਿਤਾਬ ਦਾ ਦੂਜਾ ਸਿਰਲੇਖ ਲੱਭਣਾ ਪਵੇਗਾ, ਉਹ ਸਿਰਲੇਖ ਜਿਹੜਾ ਇਸ ਦੇ ਅੰਦਰਲੇ ਤੱਤ ਨੂੰ ਪ੍ਰਗਟ ਕਰੇਗਾ। ਪਰ ਮੈਂ ਹਰ ਥਾਂ ਇਸ ਨੂੰ ਢੂੰਡਿਆ। ਭਾਰਤ ਵਿੱਚ ਆਪਣੀ ਯਾਤਰਾ ਦੇ ਦੌਰਾਨ ਮੈਂ ਦਾਗਿਸਤਾਨ ਬਾਰੇ ਸੋਚਦਾ ਸਾਂ। ਉਸ ਦੇਸ਼ ਦੇ ਪੁਰਾਤਨ ਸੱਭਿਆਚਾਰ ਵਿੱਚ ਅਤੇ ਉਸ ਦੀ ਫਿਲਾਸਫੀ ਵਿੱਚ ਮੈਨੂੰ ਕਿਸੇ ਰਹੱਸਮਈ ਆਵਾਜ਼ ਦੀ ਗੂੰਜ ਸੁਣਾਈ ਦਿੱਤੀ। ਮੇਰੇ ਦਾਗਿਸਤਾਨ ਦੀ ਆਵਾਜ਼ ਮੇਰੇ ਲਈ ਬੜੀ ਠੋਸ ਹੈ, ਕਿਉਂਕਿ ਇਸ ਨੂੰ ਦੁਨੀਆ ਭਰ ਵਿੱਚ ਸੁਣਿਆ ਜਾ ਸਕਦਾ ਹੈ। ਐਸਾ ਸਮਾਂ ਸੀ ਜਦੋਂ ਸ਼ਬਦ ਦਾਗਿਸਤਾਨ ਸਿਰਫ ਖਾਲੀ ਘਾਟੀਆਂ ਅਤੇ ਨੰਗੀਆਂ ਚਟਾਨਾਂ ਵਿੱਚ ਹੀ ਗੂੰਜ ਪੈਦਾ ਕਰਦਾ ਸੀ। ਅੱਜ ਇਹ ਸਾਰੇ ਦੇਸ਼ ਵਿੱਚ, ਸਾਰੀ ਦੁਨੀਆ ਵਿੱਚ ਗੂੰਜਦਾ ਹੈ ਅਤੇ ਕਰੋੜਾਂ ਦਿਲ ਇਸ ਨੂੰ ਹੁੰਗਾਰਾ ਭਰਦੇ ਹਨ। ਮੈਂ ਬਾਈ ਰੋਗ ਨਾਸ਼ਕ ਸੋਮਿਆਂ ਵਾਲੇ ਦੇਸ਼ ਨੇਪਾਲ ਅਤੇ ਬੋਧੀ ਮੰਦਰਾਂ ਵਿੱਚ ਵੀ ਦਾਗਿਸਤਾਨ ਬਾਰੇ ਸੋਚਦਾ ਸਾਂ, ਪਰ ਨੇਪਾਲ ਅਜੇ ਅਣਘੜਿਆ ਹੀਰਾ ਹੈ ਅਤੇ ਮੈਂ ਇਸ ਦੀ ਤੁਲਨਾ ਦਾਗਿਸਤਾਨ ਨਾਲ ਨਹੀਂ ਕਰ ਸਕਦਾ, ਕਿਉਂਕਿ ਦਾਗਿਸਤਾਨ ਦਾ ਹੀਰਾ ਪਹਿਲਾਂ ਹੀ ਇੱਕ ਤੋਂ ਬਹੁਤੇ ਹੀਰੇ ਕੱਢ ਚੁੱਕਾ ਹੈ। ਅਫਰੀਕਾ ਵਿੱਚ ਵੀ ਮੈਂ ਦਾਗਿਸਤਾਨ ਬਾਰੇ ਸੋਚਦਾ ਸਾਂ। ਉਹ ਧਰਤੀ ਮੈਨੂੰ ਐਸੀ ਕਟਾਰ ਦੀ ਯਾਦ ਦਿਵਾਉਂਦੀ ਹੈ ਜਿਸ ਦੇ ਫਲ ਦਾ ਚੌਥਾ ਹਿੱਸਾ ਹੀ ਇਸ ਦੀ ਮਿਆਨ ਵਿੱਚੋਂ ਨਿਕਲਿਆ ਹੁੰਦਾ ਹੈ। ਉਹ ਧਰਤੀ ਮੈਨੂੰ ਐਸੀ ਕਟਾਰ ਦੀ ਯਾਦ ਦਿਵਾਉਂਦੀ ਹੈ ਜਿਸ ਦਾ ਫਲ ਦਾ ਚੌਥਾ ਹਿੱਸਾ ਹੀ ਇਸ ਦੀ ਮਿਆਨ ਵਿੱਚੋਂ ਨਿਕਲਿਆ ਹੋਇਆ ਹੈ। ਦੂਜੇ ਦੇਸ਼ਾਂ ਵਿੱਚ ਵੀ, ਕੈਨੇਡਾ, ਬਰਤਾਨੀਆ, ਸਪੇਨ, ਮਿਸਰ ਜਾਂ ਜਾਪਾਨ ਵਿੱਚ ਵੀ ਮੈਂ ਦਾਗਿਸਤਾਨ ਬਾਰੇ ਸੋਚਦਾ ਸਾਂ, ਸਾਂਝਾ ਅਤੇ ਫਰਕ ਲੱਭਦਾ ਸਾਂ। ਇੱਕ ਵਾਰੀ ਯੂਗੋਸਲਾਵੀਆ ਦੇ ਦੌਰੇ ਸਮੇਂ ਮੈਂ ਐਡਰੀਆਟਿਕ ਤੱਟ ਉੱਪਰਲੇ ਅਦਭੁਤ ਸ਼ਹਿਰ ਦੁਬਰੋਵਨਿਕ ਵਿੱਚ ਗਿਆ। ਇਸ ਸ਼ਹਿਰ ਦੇ ਘਰ ਤੇ ਬਾਜ਼ਾਰ ਘਾਟੀਆਂ ਅਤੇ ਚਟਾਨਾਂ ਨਾਲ ਅਣਗਿਣਤ ਕਿੰਗਰੀਆਂ ਦੇ ਵਧਾਣਾਂ ਵਾਲੇ ਟਿੱਲਿਆਂ ਨਾਲ ਮਿਲਦੇ ਹਨ। ਘਰਾਂ ਦੇ ਦਰਵਾਜ਼ੇ ਠੋਸ ਪੱਥਰਾਂ ਨਾਲ ਬਣੇ, ਕਦੀ-ਕਦੀ ਗੁਫਾਵਾਂ ਦੇ ਮੂੰਹਾਂ ਵਰਗੇ ਲੱਗਦੇ ਹਨ, ਪਰ ਇਹਨਾਂ ਲੰਮੀਆਂ ਆਧੁਨਿਕ ਇਮਾਰਤਾਂ ਦੇ ਨਾਲ ਹੀ ਮੱਧਕਾਲੀਨ ਸਗੋਂ ਪੁਰਾਤਨ ਸਮਿਆਂ ਦੀਆਂ ਵੀ ਬਚੀਆਂ ਇਮਾਰਤਾਂ ਘੁਲੀਆਂ ਮਿਲੀਆਂ ਖੜੀਆਂ ਹਨ। ਸ਼ਹਿਰ ਦੇ ਦੁਆਲੇ ਇੱਕ ਫਸੀਲ ਵਲੀ ਹੋਈ ਹੈ, ਬਿਲਕੁਲ ਜਿਸ ਤਰ੍ਹਾਂ ਸਾਡਾ ਦਿਰਵੇਤ ਹੈ। ਮੈਂ ਡੂੰਘੀਆਂ ਅਤੇ ਤੰਗ ਗਲੀਆਂ ਅਤੇ ਪੱਥਰਾਂ ਦੀਆਂ ਪੌੜੀਆਂ ਰਾਹੀਂ
ਫਸੀਲ ਦੇ ਉੱਤੇ ਚੜ੍ਹਿਆ। ਇਸ ਫਸੀਲ ਉੱਤੇ ਇੱਕੋ ਜਿਹੇ ਫਾਸਲੇ ਉੱਤੇ ਪੱਥਰ ਦੇ ਮੀਨਾਰ ਹਨ। ਉਹਨਾਂ ਵਿੱਚੋਂ ਹਰ ਇੱਕ ਵਿੱਚ 2-2 ਛੇਕ ਹਨ, ਗੁਸੈਲ ਅੱਖਾਂ ਵਰਗੇ। ਇਹ ਮੀਨਾਰ ਇਮਾਮ ਤੇ ਮੁਰੀਦਾਂ ਵਾਂਗ ਹਨ, ਆਪਣੀਆਂ ਚੌਂਕੀਆਂ ਉੱਤੇ ਇਕਸਾਰ ਤੇ ਲਗਨ ਨਾਲ ਖੜੋਤੇ ਹੋਏ। ਜਦੋਂ ਮੈਂ ਵਸੀਰ ਦੀ ਸਿਖਰ ਉੱਤੇ ਪੁੱਜਾ ਤਾਂ ਮੈਂ ਛੇਕਾਂ ਵਿੱਚੋਂ ਮੀਨਾਰ ਦੇ ਬਾਹਰ ਦੇਖਣਾ ਚਾਹੁੰਦਾ ਸਾਂ, ਪਰ ਸੈਲਾਨੀਆਂ ਦੇ ਹਜੂਮ ਨੇ ਮੈਨੂੰ ਰੋਕ ਲਿਆ, ਜਿਹੜੇ ਆਪ ਨੇੜਿਓਂ ਹੋ ਕੇ ਦੇਖਣਾ ਚਾਹੁੰਦੇ ਸਨ। ਜਿੱਥੇ ਮੈਂ ਖੜ੍ਹਾ ਸਾਂ ਉੱਥੋਂ ਛੇਕਾਂ ਵਿੱਚੋਂ ਦੀ ਮੈਨੂੰ ਜੋ ਕੁਝ ਦਿਸਣਾ ਸੀ ਉਹ ਸਨ ਕਿਸੇ ਨੀਲੀ ਜਿਹੀ ਚੀਜ਼ ਦੇ ਨਿੱਕੇ ਨਿੱਕੇ ਟੋਟੇ। ਇਹ ਟੋਟੇ ਛੇਕਾਂ ਜਿੱਡੇ ਹੀ ਸਨ, ਜਿਹੜੇ ਹਥੇਲੀ ਤੋਂ ਵੱਡੇ ਨਹੀਂ ਸਨ। ਪਰ ਜਦੋਂ ਮੈਂ ਇੱਕ ਛੇਕ ਦੇ ਨੇੜੇ ਹੋਇਆ ਤਾਂ ਮੈਂ ਵਿਸ਼ਾਲ ਸਮੁੰਦਰ ਦਾ ਦ੍ਰਿਸ਼ ਦੇਖ ਕੇ ਚਕਿਤ ਰਹਿ ਗਿਆ, ਜਿਹੜਾ ਜਨਵਰੀ ਦੀ ਧੁੱਪ ਵਿੱਚ ਚਮਕਾਂ ਮਾਰਦਾ ਪਿਆ ਸੀ। ਸੁਖਦਾਈ ਕਿਉਂਕਿ ਆਖਰ ਇਹ ਐਡਰੀਆਟਿਕ ਸੀ, ਤੇ ਤੂਫਾਨੀ ਕਿਉਂਕਿ ਆਖਰ ਇਹ ਜਨਵਰੀ ਦਾ ਮਹੀਨਾ ਸੀ। ਸਮੁੰਦਰ ਨੀਲਾ ਨਹੀਂ ਸਗੋਂ ਕਈ ਰੰਗਾਂ ਦਾ ਸੀ। ਇਹ ਆਪਣੀਆਂ ਲਹਿਰਾਂ ਚਟਾਨੀ ਤੱਟ ਵੱਲ ਸੁੱਟ ਰਿਹਾ ਸੀ, ਤੇ ਲਹਿਰਾਂ ਤੱਟ ਨਾਲ ਬਿਜਲੀ ਦੀ ਗਰਜ ਨਾਲ ਆ ਕੇ ਵੱਜਦੀਆਂ ਤੇ ਵਾਪਸ ਰਿੜ ਜਾਂਦੀਆਂ ਸਨ। ਸਮੁੰਦਰ ਵਿੱਚ ਜਹਾਜ਼ ਤਰ ਰਹੇ ਸਨ ਤੇ ਹਰ ਜਹਾਜ਼ ਸਾਡੀ ਆਉਲ ਜਿੱਡਾ ਸੀ। ਉਸ ਵੇਲੇ ਮੈਂ, ਜਿਹੜਾ ਸੈਲਾਨੀਆਂ ਦੇ ਪਿੱਛੇ ਪੱਬਾਂ ਭਾਰ ਖੜਾ ਰਿਹਾ ਸਾਂ ਤਾਂ ਕਿ ਇਸ ਵਿਸ਼ਾਲ ਸੰਸਾਰ ਉੱਤੇ ਝਾਤ ਮਾਰ ਸਕਾਂ, ਤੇ ਫਿਰ ਚੰਗੀ ਤਰ੍ਹਾਂ ਦੇਖਣ ਲਈ ਛੇਕ ਦੇ ਨੇੜੇ ਆ ਗਿਆ ਸਾਂ। ਫਿਰ ਦਾਗਿਸਤਾਨ ਨੂੰ ਯਾਦ ਕੀਤਾ। ਇਹ ਸਾਰਾ ਸਮਾਂ ਆਪਣੀ ਵਾਰੀ ਉਡੀਕਦਾ ਪਿੱਛੇ ਪੱਬਾਂ ਭਾਰ ਖੜਾ ਰਿਹਾ ਸੀ, ਤੇ ਉਹਨਾਂ ਦੀਆਂ ਚੌੜੀਆਂ ਪਿੱਠਾਂ ਇਸ ਦਾ ਰਾਹ ਰੋਕੀ ਖੜੀਆਂ ਸਨ। ਜਿਹੜੇ ਵਧੇਰੇ ਖੁਸ਼ਕਿਸਮਤ ਸਨ ਤੇ ਅੱਗੇ ਖੜੇ ਸਨ। ਫਿਰ ਇਸ ਨੇ ਗੜੀ ਦੀ ਕੰਧ ਵਿਚਲੇ ਛੇਕ ਵਿੱਚੋਂ ਸਾਰੀ ਦੁਨੀਆ ਨੂੰ ਦੇਖਿਆ। ਹੁਣ ਇੱਕ ਵਿਸ਼ਾਲ ਸੰਸਾਰ ਨਾਲ ਰਲ ਮਿਲ ਚੁੱਕਾ ਸੀ ਤੇ ਆਪਣੇ ਨਾਲ ਆਪਣੀਆਂ ਰਹੁ ਰੀਤਾਂ, ਤੌਰ ਤਰੀਕੇ, ਗੀਤ ਤੇ ਮਾਣ ਦੀ ਭਾਵਨਾ ਲੈ ਕੇ ਆਇਆ ਸੀ। ਵੱਖੋ ਵੱਖਰੇ ਸਮੇਂ ਤੋਂ ਵੱਖੋ ਵੱਖਰੇ ਬਿੰਬਾਂ ਦੀ ਖੋਜ ਰਾਹੀਂ ਹਰ ਤਰ੍ਹਾਂ ਦੇ ਕਵੀਆਂ ਨੇ ਦਾਗਿਸਤਾਨ ਬਾਰੇ ਆਪਣੇ ਸੰਕਲਪਾਂ ਨੂੰ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋਗੀ ਕਵੀ ਮਹਿਮੂਦ ਨੇ ਦਾਗਿਸਤਾਨ ਦੇ ਲੋਕਾਂ ਬਾਰੇ ਕਿਹਾ ਸੀ ਕਿ ਉਹ ਪਹਾੜੀ ਨਦੀਆਂ ਵਾਂਗ ਹਨ, ਜਿਹੜੀਆਂ ਲਗਾਤਾਰ ਇੱਕੋ ਧਾਰਾ ਵਿੱਚ ਇੱਕਮਿਕ ਹੋਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਇੰਜ ਨਹੀਂ ਕਰ ਸਕਦੀਆਂ ਤੇ ਆਪਣੇ ਆਪਣੇ ਤਰੀਕੇ ਵਹਿੰਦੀਆਂ ਰਹਿੰਦੀਆਂ ਹਨ। ਉਸ ਨੇ ਇਹ ਵੀ ਕਿਹਾ ਸੀ ਕਿ ਦਾਗਿਸਤਾਨ ਦੇ ਲੋਕ ਇੱਕ ਤਰ੍ਹਾਂ ਨਾਲ ਉਸਨੂੰ ਤੰਗ ਘਾਟੀ ਵਿੱਚ ਉੱਗਦੇ ਫੁੱਲਾਂ ਦੀ ਯਾਦ ਦਿਵਾਉਂਦੇ ਹਨ, ਜਿਹੜੇ ਇੱਕ ਦੂਜੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਪਰ ਗੱਲ ਵਕੜੀ ਨਹੀਂ ਪਾ ਸਕਦੇ। ਪਰ ਕੀ ਦਾਗਿਸਤਾਨ ਦੇ ਲੋਕ ਹੁਣ ਮਿਲ ਕੇ ਇੱਕੋ ਇੱਕ ਪਹਾੜੀ ਧਾਰਾ, ਇੱਕੋ ਇੱਕ ਗੁਲਦਸਤਾ ਨਹੀਂ ਬਣ ਗਏ? ਬਾਤੀ ਰਾਏ ਨੇ ਇੱਕ ਵਾਰੀ ਕਿਹਾ ਸੀ, ਜਿਸ ਤਰ੍ਹਾਂ ਕੋਈ ਗਰੀਬ ਆਪਣਾ ਪਾਟਾ ਭੇਡ ਦੀ ਖਲ ਵਾਲਾ ਕੋਟ ਦੂਰ ਤੋਂ ਦੂਰ ਹਨੇਰੇ ਕੋਨੇ ਵਿੱਚ ਸੁੱਟ ਛੱਡਦਾ ਹੈ, ਦਾਗਿਸਤਾਨ ਨੂੰ ਵੀ ਮਰੋੜ ਕੇ ਪਹਾੜੀ ਘਾਟੀਆਂ ਵਿੱਚ ਸੁੱਟ ਦਿੱਤਾ ਗਿਆ ਹੋਇਆ ਹੈ। ਦਾਗਿਸਤਾਨ ਦਾ ਇਤਿਹਾਸ ਪੜ੍ਹਨ ਤੋਂ ਪਿੱਛੋਂ ਪਿਤਾ ਜੀ ਨੇ ਇਸ ਦੀ ਤੁਲਨਾ ਸ਼ਰਾਬ ਪੀਣ ਵਾਲੇ ਸਿੰਘ ਨਾਲ ਕੀਤੀ ਸੀ, ਜਿਹੜਾ ਸ਼ਰਾਬ ਦੇ ਦੌਰ ਸਮੇਂ ਆਮ ਕਰਕੇ ਮੇਜ਼ ਉੱਤੇ ਹੱਥੋਂ ਹੱਥੀ ਫੇਰਿਆ ਜਾਂਦਾ ਹੈ। ਦਾਗਿਸਤਾਨ ਦਾ ਇਤਿਹਾਸ ਪੜ੍ਹਨ ਪਿੱਛੋਂ ਪਿਤਾ ਜੀ ਨੇ ਇਸ ਦੀ ਤੁਲਨਾ ਸ਼ਰਾਬ ਪੀਣ ਵਾਲੇ ਸਿੰਘ ਨਾਲ ਕੀਤੀ ਸੀ, ਜਿਹੜਾ ਸ਼ਰਾਬ ਦੇ ਦੌਰ ਸਮੇਂ ਆਮ ਕਰਕੇ ਮੇਜ਼ ਉੱਤੇ ਹੱਥੋਂ ਹੱਥੀ ਫੇਰਿਆ ਜਾਂਦਾ ਹੈ। ਮੇਰਾ ਦਾਗਿਸਤਾਨ, ਮੈਂ ਤੇਰੀ ਕਿਸ ਦੇ ਨਾਲ ਤੁਲਨਾ ਕਰਾਂ? ਤੇਰੀ ਕਹਾਣੀ ਤੇ ਤੇਰੀ ਹੋਣੀ ਬਾਰੇ ਆਪਣੇ ਵਿਚਾਰਾਂ ਨੂੰ ਜ਼ੁਬਾਨ ਦੇਣ ਲਈ ਮੈਂ ਕਿਹੜੀ ਬਿੰਬਾਵਲੀ ਵਰਤਾਂ? ਸ਼ਾਇਦ ਜ਼ਿਆਦਾ ਸੁੰਦਰ ਤੇ ਜ਼ਿਆਦਾ ਢੁਕਵੇਂ ਸ਼ਬਦ ਮਗਰੋਂ ਮੈਨੂੰ ਅਹੁੜਨਗੇ, ਪਰ ਅੱਜ ਮੈਂ ਕਹਿੰਦਾ ਹਾਂ, ਇੱਕ ਨਿੱਕੀ ਜਿਹੀ ਬਾਰੀ ਜਿਹੜੀ ਦੁਨੀਆ ਦੇ ਵਿਸ਼ਾਲ ਸਾਗਰ ਉੱਤੇ ਝਾਤੀ ਪਵਾਉਂਦੀ ਹੈ, ਜਾਂ ਸੰਖੇਪ ਵਿੱਚ ਮਹਾਸਾਗਰ ਵੱਲ ਖੁੱਲ੍ਹਦੀ ਨਿੱਕੀ ਬਾਰੀ। ਤਾਂ ਮੇਰੇ ਮੰਤਰੀਓ,
ਤੁਹਾਡੇ ਸਾਹਮਣੇ ਕਿਤਾਬ ਦਾ ਦੂਜਾ ਨਾਂ ਹੈ ਜਿਹੜਾ ਮੈਂ ਲਿਖਣ ਲੱਗਾ ਹਾਂ। ਮੈਂ ਮੰਨਦਾ ਹਾਂ ਕਿ ਮੇਰੇ ਦਾਗਿਸਤਾਨ ਦੇ ਗੁਆਂਢੀ ਦੂਜੇ ਦੇਸ਼ ਵੀ ਆਪਣੇ ਬਾਰੇ ਉਹੀ ਕਹਿ ਸਕਦੇ ਹਨ। ਤਾਂ ਕੀ ਹੋਇਆ, ਉਸ ਨੂੰ ਕੁਝ ਨਾਂ ਸਿਰਨਾਵੇਂ ਮਿਲ ਜਾਣਗੇ। ਮੈਂ ਤੁਹਾਨੂੰ ਆਪਣਾ ਪਾਪਾ ਖਾਂ ਪੇਸ਼ ਕਰਦਾ ਹਾਂ। ਮੇਰਾ ਦਾਗਿਸਤਾਨ ਤੇ ਇਸ ਪਾਪਾ ਖਾਂ ਉੱਪਰਲੇ ਸਿਤਾਰੇ ਵਾਲਾ ਬੈਜ ਹੈ। ਮਹਾਸਾਗਰ ਵੱਲ ਖੁੱਲ੍ਹਦੀ ਨਿੱਕੀ ਬਾਰੀ। ਵਜਾਉਣਾ ਸ਼ੁਰੂ ਕਰਨ ਵਾਲੇ ਵਾਂਗ ਮੈਂ ਆਪਣਾ 2 ਤਾਰਾਂ ਵਾਲਾ ਭਾਂਡੂਰ ਸੁਰ ਕਰ ਲਿਆ ਹੈ। ਸਿਉਣਾ ਸ਼ੁਰੂ ਕਰਨ ਵਾਲੇ ਵਾਂਗ ਮੈਂ ਆਪਣੀ ਸੂਈ ਵਿੱਚ ਧਾਗਾ ਪਾ ਲਿਆ ਹੈ। ਮੇਰੇ ਮੰਤਰੀਆਂ ਨੇ ਕਿਤਾਬ ਦੇ ਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਤਰ੍ਹਾਂ ਕਿਸੇ ਕੌਮਾਂਤਰੀ ਕਾਨਫਰੰਸ ਵਿੱਚ ਆਖਰ ਮੰਤਰੀ ਏਜੰਡੇ ਨੂੰ ਪ੍ਰਵਾਨਗੀ ਦੇ ਦਿੰਦੇ ਹਨ। ਇੰਜ ਵਾਪਰ ਸਕਦਾ ਹੈ ਕਿ 2 ਭਰਾ ਇੱਕੋ ਘੋੜੇ ਉੱਤੇ ਸ਼ਾਂਤੀ ਨਾਲ ਸਵਾਰੀ ਕਰੀ ਜਾਣ। ਇਹ ਵੀ ਵਾਪਰ ਸਕਦਾ ਹੈ ਕਿ ਇੱਕੋ ਸ਼ਾਹ ਸਵਾਰ ਇੱਕੋ ਲਗਾਮ ਨਾਲ 2 ਘੋੜੀਆਂ ਨੂੰ ਪਾਣੀ ਡਾਉਣ ਲਈ ਲੈ ਜਾਏ। ਅਬੂ ਤਾਲਿਬ ਨੇ ਕਿਹਾ ਸੀ, ਉਸਨੇ ਲਿਓ ਤਾਲਸਤਾਏ ਦੇ ਟੋਪ ਵਰਗਾ ਟੋਪ ਖਰੀਦ ਲਿਆ ਹੈ। ਉਹ ਉਸੇ ਤਰ੍ਹਾਂ ਦਾ ਸਿਰ ਕਿੱਥੋਂ ਖਰੀਦ ਸਕਦਾ ਹੈ? ਕਹਾਵਤ ਹੈ, ਉਸ ਨੂੰ ਚੰਗਾ ਨਾਂ ਤਾਂ ਦੇ ਦਿੱਤਾ ਗਿਆ ਹੈ, ਉਹ ਆਦਮੀ ਕਿਸ ਤਰ੍ਹਾਂ ਦਾ ਬਣੇਗਾ? ਇਸ ਕਿਤਾਬ ਦੇ ਰੂਪ ਬਾਰੇ ਤੇ ਇਸ ਨੂੰ ਕਿਵੇਂ ਲਿਖਿਆ ਜਾਏ। ਮਿਆਨੂੰ ਕਦੀ ਕਟਾਰ ਨਾ ਨਿਕਲੇ ਤਾਂ ਉਸ ਨੂੰ ਲੱਗ ਜਾਵੇ ਜੰਗ। ਸਦਾ ਹੀ ਨੀਂਦ ਬਿਗੁੱਤੇ ਯੋਧੇ ਦੇ ਸਥਲ ਹੋ ਜਾਂਦੇ ਅੰਗ। ਖੰਜਰ ਉੱਤੇ ਉਕਰੇ ਸ਼ਬਦ, ਸੂਈ 'ਚ ਧਾਗਾ ਪਾ ਲਿਆ ਹੁਣ, ਚੋਲਾ ਸੀਵਾਂਗਾ ਕੋਈ, ਪਰ ਕਿਸ ਤਰ੍ਹਾਂ ਦਾ? ਪੰਡੂਰ ਨੂੰ ਸੁਰ ਕਰ ਲਿਆ ਹੁਣ, ਗੀਤ ਗਾਵਾਂਗਾ ਕੋਈ, ਪਰ ਕਿਸ ਤਰ੍ਹਾਂ ਦਾ? ਮੇਰੀ ਬੇਸਬਰ ਵਫਾਦਾਰ ਘੋੜੀ ਨੂੰ ਚੰਗੀ ਤਰ੍ਹਾਂ ਖੁਰੀਆਂ ਲੱਗੀਆਂ ਹੋਈਆਂ ਨੇ। ਮੈਂ ਹਰ ਖੁਰ ਦਾ ਮੁਆਇਨਾ ਕੀਤਾ ਹੈ ਤੇ ਇਸ ਦੀਆਂ ਖੁਰੀਆਂ ਦੀ ਹਾਲਤ ਦੇਖੀ ਹੈ। ਮੈਂ ਕਾਠੀ ਪਾ ਲਈ ਹੈ ਤੇ ਤੰਗ ਕੱਸ ਦਿੱਤੀ ਹੈ। ਮੈਂ ਪੇਟੀ ਦੇ ਹੇਠਾਂ ਆਪਣੀ ਉਂਗਲ ਵੀ ਨਹੀਂ ਬਾੜ ਸਕਦਾ। ਮੇਰੀ ਘੋੜੀ ਉੱਪਰ ਚੰਗੀ ਤਰ੍ਹਾਂ ਦੇ ਧਿਆਨ ਨਾਲ ਕਾਠੀ ਪਾ ਦਿੱਤੀ ਗਈ ਹੈ। ਮੇਰੇ ਪਿਤਾ ਦੀ ਯਾਦ ਦਿਵਾਉਂਦਾ ਇੱਕ ਧੌਲੀ ਦਾੜੀ ਵਾਲਾ ਮੈਨੂੰ ਲਗਾਮ ਫੜਾਉਂਦਾ ਹੈ। ਇੱਕ ਹੁਸ਼ਿਆਰ ਨਜ਼ਰਾਂ ਵਾਲੀ ਬੱਚੀ ਮੈਨੂੰ ਚਾਬਕ ਫੜਾਉਂਦੀ ਹੈ। ਕਿਸੇ ਨਾਲ ਦੀ ਸਕਲੀਆ ਦੀ ਪਹਾੜੀ ਕੁੜੀ ਪਾਣੀ ਦਾ ਭਰਿਆ ਘੜਾ ਚੁੱਕੀ ਸਾਹਮਣੇ ਆਉਂਦੀ ਹੈ, ਜੋ ਕਿ ਸਫ਼ਰ ਲਈ ਸ਼ੁਭ ਕਾਮਨਾ ਕਰਨ ਦਾ ਪਰੰਪਰਾਈ ਤਰੀਕਾ ਹੈ। ਆਪਣੀ ਘੋੜੀ ਨੂੰ ਵਾਂਗ ਤੋਂ ਫੜ ਕੇ ਪਿੰਡੋਂ ਬਾਹਰ ਲਿਜਾਂਦਿਆਂ ਮੈਂ ਜਿਸ ਤੇ ਵੀ ਕੋਲੋਂ ਦੀ ਲੰਘਦਾ ਹਾਂ, ਉਹ ਲਾਂਭੇ ਹੋ ਕੇ ਖੜੋ ਜਾਂਦਾ ਹੈ ਤੇ ਮੇਰੇ ਚੰਗੇ ਸਫ਼ਰ ਦੀ ਕਾਮਨਾ ਕਰਦਾ ਹੈ। ਆਉਲ ਦੇ ਸਿਰੇ ਉੱਤੇ ਇੱਕ ਹੋਰ ਕੁੜੀ ਆਪਣੀ ਵਾਰੀ ਦੀ ਸਿਲ ਉੱਤੇ ਦੀਵਾ ਬਾਲ ਕੇ ਰੱਖਦੀ ਹੈ, ਜਿਵੇਂ ਮੈਨੂੰ ਕਹਿ ਰਹੀ ਹੋਵੇ, ਇਸ ਵਾਰੀ ਨੂੰ ਨਾ ਭੁੱਲੀ, ਇਸ ਲੋਅ ਨੂੰ ਨਾ ਭੁੱਲੀ, ਇਹ ਤੇਰੇ ਵਾਪਸ ਆਉਂਦਿਆਂ ਤੱਕ ਬਲਦੀ ਰਹੇਗੀ। ਤੂੰ ਜਦੋਂ ਆਪਣੇ ਲੰਮੇ ਪੈਂਡੇ ਪਿਆ ਹੋਵੇਂਗਾ ਤੇ ਭੈੜੇ ਮੌਸਮ ਵੇਲੇ ਦੁਖਦਾਈ ਰਹਿਣ ਬਸੇਰਿਆਂ ਵਿੱਚ ਇਹ ਸਾਲਾਂ ਤੇ ਰਾਤਾਂ ਦੇ ਵਿੱਚੋਂ ਦੀ ਤੈਨੂੰ ਚਾਨਣ ਦਿੰਦੀ ਰਹੇਗੀ। ਤੇ ਜਦੋਂ ਸਫ਼ਰ ਦਾ ਥੱਕਾ ਟੁੱਟਾ ਤੂੰ ਆਪਣੀ ਜਨਮ ਆਉਲ ਦੇ ਨੇੜੇ ਆਏਂਗਾ ਤਾਂ ਇਸ ਦੀ ਲੋ ਸਭ ਤੋਂ ਪਹਿਲਾਂ ਤੇਰੀਆਂ ਅੱਖਾਂ ਵਿੱਚ ਚਮਕੇਗੀ। ਇਹ ਵਾਰੀ ਤੇ ਇਹ ਲੋ ਯਾਦ ਰੱਖੀ। ਮੈਂ ਪਰਤ ਕੇ ਆਪਣੀ ਜਨਮ ਆਉਲ ਨੂੰ ਇੱਕ ਵਾਰੀ ਹੋਰ ਦੇਖਦਾ ਹਾਂ। ਆਪਣੀ ਸਕਲੀਆ ਦੀ ਛੱਤ ਉੱਤੇ ਮੈਨੂੰ ਮਾਂ ਨਜ਼ਰ ਪੈਂਦੀ ਹੈ, ਸਿੱਧੀ ਤੇ ਇਕੱਲੀ ਕਾਰੀ ਖੜੀ। ਉਸਦਾ ਸਰੀਰ ਨਿੱਕਾ ਤੇ ਹੋਰ ਨਿੱਕਾ ਹੋਈ ਜਾਂਦਾ ਹੈ ਜਦ ਤੱਕ ਕਿ ਉਹ ਪੱਥਰੀ ਛੱਤ ਦੀਆਂ ਆਂਡੀਆਂ ਲੀਹਾਂ ਉੱਤੇ ਇੱਕ
ਨਿੱਕੀ ਜਿਹੀ ਲਕੀਰ ਖੜੀ ਲੱਗਦੀ ਹੈ। ਆਖਰ ਜਦੋਂ ਮੈਂ ਸੜਕ ਉੱਤੇ ਇੱਕ ਹੋਰ ਮੋੜ ਕੱਟਦਾ ਹਾਂ ਤਾਂ ਸਾਡੇ ਵਿਚਕਾਰ ਇੱਕ ਪਹਾੜੀ ਆ ਜਾਂਦੀ ਹੈ ਅਤੇ ਜਦੋਂ ਮੈਂ ਪਰਤ ਕੇ ਦੇਖਦਾ ਹਾਂ ਤਾਂ ਮੈਨੂੰ ਪਹਾੜਾਂ ਤੋਂ ਬਿਨਾਂ ਕੁਝ ਨਹੀਂ ਦਿਸਦਾ। ਮੇਰੇ ਅੱਗੇ ਵੀ ਪਹਾੜ ਹੈ, ਪਰ ਮੈਨੂੰ ਪਤਾ ਹੈ ਕਿ ਇਸ ਤੋਂ ਪਰੇ ਵਿਸ਼ਾਲ ਸੰਸਾਰ ਪਿਆ ਹੈ। ਦੂਜੇ ਸ਼ਹਿਰ ਤੇ ਪਿੰਡ, ਸਾਗਰ ਤੇ ਮਹਾਸਾਗਰ, ਰੇਲਵੇ ਸਟੇਸ਼ਨ, ਹਵਾਈ ਅੱਡੇ ਤੇ ਕਿਤਾਬਾਂ। ਮੇਰੀ ਜਨਮ ਭੂਮੀ ਦਾਗਿਸਤਾਨ ਦੀ ਉੱਚੀ ਨੀਵੀਂ ਸੜਕ ਉੱਤੇ ਮੇਰੇ ਘੋੜੇ ਦੇ ਖੁਰਾਂ ਦੀ ਟਾਪ ਗੂੰਜਦੀ ਹੈ। ਉੱਪਰ ਪਹਾੜਾਂ ਦੀਆਂ ਚੋਟੀਆਂ ਵਿੱਚ ਜੜਿਆ ਆਕਾਸ਼ ਹੈ, ਹੁਣ ਧੁੱਪ ਨਾਲ ਭਰਿਆ ਹੋਇਆ, ਹੁਣ ਸਿਤਾਰਿਆਂ ਨਾਲ ਜੜਿਆ ਹੋਇਆ, ਹੁਣ ਬੱਦਲਾਂ ਹੇਠ ਆਇਆ ਹੋਇਆ ਉਹ ਮੀਂਹ ਬਰਸਾਉਂਦਾ ਹੋਇਆ। ਠਹਿਰ ਜਾ ਘੋੜੇ ਮੇਰੇ, ਤੂੰ ਠਹਿਰ ਜਾ, ਇੱਕ ਨਜ਼ਰ ਤਾਂ ਪਰਤ ਕੇ ਮੈਂ ਦੇਖ ਲਾਂ ਆਪਣੀ ਪਿਆਰੀ ਜਨਮ ਔਲ ਨੂੰ। ਅੱਜ ਦੁੱਖ ਦੇ ਦਿਲ ਨਾਲ ਛੱਡ ਚੱਲਿਆ ਹਾਂ ਪਿਛਾਂਹ। ਉੱਡ ਚੱਲ ਘੋੜੇ ਮੇਰੇ, ਤੂੰ ਉੱਡ ਚੱਲ, ਪਰਤ ਕੇ ਕਾਹਦੇ ਲਈ ਦੇਖਦਾ ਜ਼ਰਾ, ਅੱਗੇ ਔਲਾਂ ਬਹੁਤ ਰਾਹਾਂ ਤੱਕਦੀਆਂ, ਮਿਲਣਗੇ ਉੱਥੇ ਵੀ ਦੋਸਤ ਤੇ ਭਰਾ। ਮੈਂ ਕਿੱਧਰ ਚੱਲਿਆ ਹਾਂ, ਮੈਂ ਠੀਕ ਰਾਹ ਦੀ ਪਛਾਣ ਕਿਵੇਂ ਕਰਾਂ, ਇਹ ਨਵੀਂ ਕਿਤਾਬ ਮੈਂ ਕਿਵੇਂ ਲਿਖਾਂ। ਆਪਣੀ ਨੋਟਬੁੱਕ ਵਿੱਚੋਂ। ਦਾਗਿਸਤਾਨ ਵਿੱਚ ਹੁਣ ਨੌਜਵਾਨ ਕੌਮੀ ਲਿਬਾਸ ਨਹੀਂ ਪਾਉਂਦੇ। ਉਹ ਪੈਂਟਾਂ, ਜਾਕਟਾਂ, ਟੀ-ਸ਼ਰਟਾਂ ਜਾਂ ਟਾਈ ਨਾਲ ਆਮ ਕਮੀਜ਼ਾਂ ਪਾਈ ਫਿਰਦੇ ਹਨ। ਬਿਲਕੁਲ ਮਾਸਕੋ, ਤਬਿਲਸੀ, ਤਾਸ਼ਕੰਦ, ਦੁਸ਼ਾਬੇ ਜਾਂ ਮਿਸਕਵਾਨ। ਕੌਮੀ ਲਿਬਾਸ ਹੁਣ ਸਿਰਫ ਦਾਗਿਸਤਾਨ ਦੀ ਰੀਤ ਤੇ ਨ੍ਰਿਤ ਮੰਡਲੀ ਹੀ ਪਾਉਂਦੀ ਹੈ। ਹੋ ਸਕਦਾ ਹੈ ਵਿਆਹ ਦੇ ਮੌਕੇ ਕੋਈ ਪੁਰਾਣੇ ਢੰਗ ਦੇ ਕੱਪੜੇ ਪਾਈ ਦਿਸ ਪਵੇ। ਕਦੀ ਕਦੀ ਜਦੋਂ ਕੋਈ ਦਾਗਿਸਤਾਨੀ ਅੰਦਾਜ਼ ਵਿੱਚ ਕੱਪੜੇ ਪਾਉਣਾ ਚਾਹੁੰਦਾ ਹੈ ਤਾਂ ਉਹ ਕਿਸੇ ਦੋਸਤ ਤੋਂ ਲੋੜੀਂਦੇ ਕੱਪੜੇ ਉਧਾਰ ਲੈ ਲਵੇਗਾ ਜਾਂ ਫਿਰ ਕਿਰਾਏ ਉੱਤੇ ਲੈ ਆਏਗਾ। ਉਸ ਕੋਲ ਆਪਣੇ ਕੱਪੜੇ ਨਹੀਂ ਹੁੰਦੇ। ਮਤਲਬ ਕਿ ਕੌਮੀ ਲਿਬਾਸ ਦੇ ਦਿਨ ਪੁੱਗਦੇ ਜਾ ਰਹੇ ਨੇ। ਜੇ ਇਹ ਬਿਲਕੁਲ ਖਤਮ ਨਹੀਂ ਵੀ ਹੋ ਗਿਆ ਤਾਂ। ਪਰ ਮੁਸੀਬਤ ਇਹ ਹੈ ਕਿ ਕੁਝ ਕਵੀਆਂ ਲਈ ਕਵਿਤਾ ਵਿੱਚ ਵੀ ਕੌਮੀ ਰੂਪ ਖਤਮ ਹੁੰਦਾ ਜਾ ਰਿਹਾ ਹੈ। ਉਹ ਇਸ ਗੱਲ ਉੱਤੇ ਮਾਣ ਕਰਦੇ ਹਨ। ਮੈਂ ਵੀ ਯੂਰਪੀ ਢੰਗ ਦੇ ਕੱਪੜੇ ਪਾਉਂਦਾ ਹਾਂ ਤੇ ਆਪਣੇ ਪਿਤਾ ਵਾਲਾ ਸਿਰਕਾਸ਼ੀ ਕੋਟ ਨਹੀਂ ਪਾਉਂਦਾ, ਪਰ ਆਪਣੀ ਕਵਿਤਾ ਨੂੰ ਬੇਡੋਲ ਕੱਪੜਿਆਂ ਨਾਲ ਸ਼ਿੰਗਾਰਨ ਦਾ ਮੇਰਾ ਕੋਈ ਇਰਾਦਾ ਨਹੀਂ। ਮੈਂ ਇਸ ਨੂੰ ਆਪਣੇ ਦਾਗਿਸਤਾਨੀ ਕੌਮੀ ਲਿਬਾਸ ਵਿੱਚ ਸਜਾਉਣਾ ਚਾਹੁੰਦਾ ਹਾਂ। ਮੇਰੀ ਕਿਹੜੀ ਗੱਲ ਹੈ, ਮੈਂ ਤਾਂ ਜ਼ਿੰਦਗੀ ਦੇ ਕੁਝ ਦਹਾਕੇ ਹੀ ਕੱਟੇ ਹਨ। ਇਹਨਾਂ ਦਹਾਕਿਆਂ ਵਿੱਚ ਲੋਕ ਪੈਂਟਾਂ, ਬੂਟ ਤੇ ਜਾਕਟਾਂ ਪਾਉਂਦੇ ਰਹੇ ਹਨ। ਕਵਿਤਾ ਦਾ ਆਪਣਾ ਹੀ ਜੀਵਨ ਹੁੰਦਾ ਹੈ, ਆਪਣੀਆਂ ਹੀ ਜਨਮ ਤੇ ਮਰਨ ਦੀਆਂ ਤਰੀਕਾਂ ਹੁੰਦੀਆਂ ਹਨ। ਮੈਂ ਆਪਣੀਆਂ ਕਵਿਤਾਵਾਂ ਬਾਰੇ ਕੁਝ ਨਹੀਂ ਕਹਾਂਗਾ। ਹੋ ਸਕਦਾ ਹੈ ਉਹ ਮੇਰੇ ਤੋਂ ਵੀ ਪਹਿਲਾਂ ਮਰ ਜਾਣ। ਮਾਸਕੋ ਵਿੱਚ ਇੱਕ ਵਾਰੀ ਮੈਂ ਇੱਕ ਪੁਰਾਣਾ ਬਲੂਥ ਦੇਖਿਆ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਭਿਆਨਕ ਇਵਾਨ ਨੇ ਲਾਇਆ ਸੀ। ਇਸ ਨੇ ਆਪਣੀ ਉਮਰ ਵਿੱਚ ਲੋਕਾਂ ਨੂੰ ਬੁਯਾਰ ਕੱਪੜੇ ਪਾਈ ਦੇਖਿਆ ਹੈ, ਫਿਰ ਸਮੀਜ਼ਾਂ ਤੇ ਵਿੰਗਾਂ, ਫਿਰ ਉੱਚੇ ਟੋਪ ਤੇ ਕਾਲੇ ਫਰਾਕ ਕੋਟ, ਬੂਦੀਊਨੀ ਫੌਜੀ ਟੋਪ ਤੇ ਚਮੜਿਆਂ ਦੀਆਂ ਜਾਕਟਾਂ, ਫਿਰ ਸਧਾਰਨ ਕੋਟ ਤੇ ਖੁੱਲ੍ਹੀਆਂ ਪੈਂਟਾਂ, ਫਿਰ ਤੰਗ ਪੈਂਟਾਂ ਪਾਈ ਦੇਖਿਆ ਹੈ। ਤੇ ਬਲੂਥ ਲੋਕਾਂ ਨੂੰ ਇਹ ਕਹਿੰਦਾ ਲੱਗਦਾ ਸੀ, ਤੁਸੀਂ ਇੱਥੇ ਹੇਠਾਂ ਨੱਠਦੇ ਫਿਰੋ, ਆਪਣੇ ਕੱਪੜੇ ਬਦਲਦੇ ਰਹੋ। ਜੇ ਤੁਹਾਡੇ ਕੋਲ ਕਰਨ ਲਈ ਕੋਈ ਚੰਗਾ ਹੋਰ ਕੰਮ ਨਹੀਂ ਤਾਂ ਮੇਰਾ ਕੰਮ ਆਪਣਾ ਹੈ, ਸੂਰਜ ਦੀਆਂ ਕਿਰਨਾਂ ਨੂੰ ਫੜਨਾ ਤੇ ਉਹਨਾਂ ਨੂੰ ਮਜ਼ਬੂਤ ਤੇ ਟੁਣਕਵੀਂ ਲੱਕੜ ਵਿੱਚ ਤੇ ਬੀਜਾਂ ਵਿੱਚ ਬਦਲਣਾ, ਜਿਨ੍ਹਾਂ ਤੋਂ ਫਿਰ ਇਸੇ ਤਰ੍ਹਾਂ ਦੇ ਮਜ਼ਬੂਤ ਦਰੱਖਤ ਪੈਦਾ ਹੋਣਗੇ। ਪਹਾੜਾਂ ਵਿੱਚ ਕਹਿੰਦੇ ਨੇ ਕਿ ਕੱਪੜੇ ਆਦਮੀ ਨੂੰ ਬਣਾਉਂਦੇ ਨੇ, ਪਰ ਘੋੜਾ ਹੁੰਦਾ ਹੈ ਕਿ ਜਿਹੜਾ ਆਦਮੀ ਨੂੰ ਬਹਾਦਰ ਬਣਾਉਂਦਾ ਹੈ।
ਪਹਾੜਾਂ ਵਿੱਚ ਕਹਿੰਦੇ ਨੇ ਕਿ ਕੱਪੜੇ ਆਦਮੀ ਨੂੰ ਬਣਾਉਂਦੇ ਨੇ, ਪਰ ਘੋੜਾ ਹੁੰਦਾ ਹੈ ਜਿਹੜਾ ਆਦਮੀ ਨੂੰ ਬਹਾਦਰ ਬਣਾਉਂਦਾ ਹੈ। ਇਹ ਕਹਾਵਤ ਬੜੀ ਸੋਹਣੀ ਲੱਗਦੀ ਹੈ, ਪਰ ਮੇਰਾ ਨਹੀਂ ਖਿਆਲ ਕਿ ਇਹ ਠੀਕ ਹੈ। ਜਿਹਦੇ ਲਈ ਸ਼ੇਰ ਦੀ ਖੱਲ ਪਾਉਣੀ ਬਿਲਕੁਲ ਜ਼ਰੂਰੀ ਨਹੀਂ, ਤੇ ਬੁਜ਼ਦਿਲ ਦਾ ਦਿਲ ਲੋਹੇ ਦੀ ਸੰਜੋ ਹੇਠ ਵੀ ਕੰਬਦਾ ਰਹੇਗਾ। ਕਿਉਂਕਿ ਮੈਨੂੰ ਕਈ ਵਾਰੀ ਸਿਰ ਖੁਰਕਦਿਆਂ ਸੋਚਣਾ ਪਿਆ ਹੈ, ਜਦੋਂ ਕੋਈ ਤਰਬੂਜ਼ ਜਿਸਨੂੰ ਮੈਂ ਦਿਸਣ ਵਿੱਚ ਚੰਗਾ ਲੱਗਦਾ ਹੋਣ ਕਰਕੇ ਚੁਣਿਆ ਹੁੰਦਾ ਸੀ, ਵਿੱਚੋਂ ਚਿੱਟਾ ਤੇ ਫਿੱਕਾ ਨਿਕਲ ਆਉਂਦਾ ਸੀ। ਕਿਉਂਕਿ ਸਕੂਲੀ ਦਾ ਕੋਈ ਬੰਦਾ ਆਪਣੀ ਮਹਿਬੂਬਾ ਨੂੰ ਬੁਰਕੇ ਵਿੱਚ ਲਪੇਟ ਕੇ ਚੁੱਕ ਕੇ ਲੈ ਗਿਆ, ਤੇ ਜਦੋਂ ਬੁਰਕਾ ਚੁੱਕਿਆ ਤਾਂ ਉੱਥੇ ਕੁੜੀ ਦੀ ਥਾਂ ਉਸਦੀ ਦੰਦ ਬੋੜੀ ਦਾਦੀ ਸੀ। ਕਿਉਂਕਿ ਅੱਬੂ ਤਾਲਿਬ ਨੇ ਇੱਕ ਵਾਰੀ ਮੈਨੂੰ ਗੱਲ ਸੁਣਾਈ ਕਿ ਕਿਵੇਂ ਉਸਨੂੰ ਇੱਕ ਵਾਰੀ ਕਿਸੇ ਦੂਰ ਦਰਾਡੇ ਦੀ ਔਲ ਵਿੱਚ ਵਿਆਹ ਉੱਤੇ ਆਉਣ ਦਾ ਸੱਦਾ ਦਿੱਤਾ ਗਿਆ ਸੀ, ਜਿੱਥੇ ਉਸਨੇ ਸੁਰਨਾ ਵਜਾਇਆ ਸੀ। ਵਿਆਹ ਪੂਰੀ ਸਜ ਧੱਜ ਨਾ ਹੋਇਆ। 3 ਦਿਨ ਤੱਕ ਔਲ ਦੇ ਸਾਹਮਣੇ ਵਾਲੇ ਮੈਦਾਨ ਵਿੱਚ ਸੁਰਨਾ ਵੱਜਦਾ ਰਿਹਾ, ਢੋਲ ਪਿੱਟੀਦਾ ਰਿਹਾ, ਵਾਇਲਿਨ ਅਲਾਉਂਦੀ ਰਹੀ, ਅਕਾਰਡੀਅਨ ਸ਼ੋਰ ਪਾਉਂਦਾ ਰਿਹਾ ਤੇ ਖੁਸ਼ੀ ਭਰੇ ਗੀਤ ਗੂੰਜਦੇ ਰਹੇ। ਜਿਵੇਂ ਕਿ ਅਸੀਂ ਦਾਗਿਸਤਾਨ ਵਿੱਚ ਕਹਿੰਦੇ ਹਾਂ, ਬਹੁਤ ਸਾਰੀ ਡਮ-ਡਮ ਤੇ ਚਮ-ਚਮ ਸੀ। ਬਹੁਤ ਕੁਝ ਸੁਣਨ ਨੂੰ, ਬਹੁਤ ਕੁਝ ਖਾਣ ਨੂੰ। ਸਾਰਾ ਪਿੰਡ ਢੁੱਕਾ ਹੋਇਆ ਸੀ ਤੇ ਕੀ ਬੁੱਢੇ ਕੀ ਜਵਾਨ ਸਾਰੇ ਹੀ ਨੱਚ ਰਹੇ ਸਨ। ਤੀਜੇ ਦਿਨ ਸਭ ਕਾਸੇ ਦਾ ਪ੍ਰਬੰਧ ਕਰਨ ਵਾਲੇ ਨੇ ਉੱਚੀ ਸਾਰੀ ਐਲਾਨ ਕੀਤਾ ਕਿ ਵਹੁਟੀ ਤੇ ਲਾੜਾ ਪਿੜ ਵਿੱਚ ਆਉਣਗੇ ਤੇ ਨੱਚਣਗੇ। ਖੈਰ, ਸਾਰੇ ਲੋਕਾਂ ਨੇ 3 ਦਿਨਾਂ ਦੇ ਜਸ਼ਨਾਂ ਦੇ ਦੌਰਾਨ ਲਾੜੇ ਨੂੰ ਤਾਂ ਦੇਖਿਆ ਹੀ ਹੋਇਆ ਸੀ, ਪਰ ਵਹੁਟੀ ਆਪਣਾ ਮੂੰਹ ਘੁੰਡ ਵਿੱਚ ਲੁਕਾਈ ਸਾਰਾ ਸਮਾਂ ਬੈਠੀ ਰਹੀ ਸੀ। 3 ਦਿਨ ਅੱਬੂ ਤਾਲਿਬ ਵਹੁਟੀ ਦੇ ਸਜੀਲੇ ਕੱਪੜੇ ਦੇਖਦਾ ਰਿਹਾ ਸੀ, ਜਿਨ੍ਹਾਂ ਦੇ ਸ਼ੋਖ ਰੰਗ ਕਾਕੇਸ਼ੀਆਈ ਕਾਵਿ ਸੰਗ੍ਰਹਿ ਦੀ ਰੰਗੀਨ ਜਿਲਦ ਨਾਲ ਵਿਧਦੇ ਸਨ। ਜਦੋਂ ਦੁਲਹਨ ਉੱਠੀ ਤੇ ਪਿੜ ਵਿੱਚ ਗਈ ਤਾਂ ਅੱਬੂ ਤਾਲਿਬ ਉਸਦੀ ਡੀਲ ਡੌਲ ਦੇਖ ਕੇ ਚਕਿਤ ਹੋ ਗਿਆ। ਉਸਦੇ ਭਾਰੀ ਭਰਕਮ ਸਰੀਰ ਦੀ ਤੁਲਨਾ ਕਿਰਗੀਜ਼ ਮਹਾਕਾਵੀ ਮਾਨਸ ਵਰਗੀ ਕਿਸੇ ਚੀਜ਼ ਨਾਲ ਕੀਤੀ ਜਾ ਸਕਦੀ ਸੀ, ਜਿਸਨੂੰ ਰਾਜਕੀ ਸਾਹਿਤ ਪ੍ਰਕਾਸ਼ਕਾਂ ਨੇ ਪ੍ਰਕਾਸ਼ਿਤ ਕੀਤਾ ਹੈ। ਵਹੁਟੀ ਘੁੰਡ ਚੁੱਕਣ ਲਈ ਤਿਆਰ ਹੋਈ। ਸਾਰੇ ਬੁੱਤ ਬਣੇ ਹੋਏ ਸਨ। ਅੱਬੂ ਤਾਲਿਬ ਨੇ ਆਪਣਾ ਸਾਹ ਰੋਕ ਲਿਆ ਤੇ ਦੁਲਹਨ ਨੇ ਘੁੰਡ ਚੁੱਕ ਦਿੱਤਾ। 3 ਦਿਨਾਂ ਤੋਂ ਲੋਕ ਇਸ ਘੜੀ ਦੀ ਉਡੀਕ ਕਰ ਰਹੇ ਸਨ। ਉਸਦੀ ਇੱਕ ਅੱਖ ਖੁੰਜਾਮ ਵੱਲ ਦੇਖਦੀ ਸੀ ਤੇ ਦੂਜੀ ਬੁਤਲੀਕ ਵੱਲ। ਇੱਕ ਦੂਜੀ ਨਾਲ ਰੁੱਸ ਕੇ ਦੂਰ, ਇੱਕ ਦੂਜੀ ਤੋਂ ਪਰੇ ਤੱਕਦੀਆਂ ਅੱਖਾਂ ਦੇ ਹੇਠਾਂ ਚਿਹਰੇ ਉੱਤੇ ਲੰਮਾ ਸਾਰਾ ਨੱਕ ਭੈੜੀ ਤਰ੍ਹਾਂ ਟੰਗਿਆ ਹੋਇਆ ਸੀ। ਅੱਬੂ ਤਾਲਿਬ ਨੂੰ ਤਾਂ ਫਿੱਟ ਪੈ ਗਿਆ। ਹੋਰ ਸੁਰਨਾ ਵਜਾਉਣ ਦੀ ਉਸ ਵਿੱਚ ਹਿੰਮਤ ਨਾ ਰਹੀ। ਉਹ ਉੱਠਿਆ ਤੇ ਵਿਆਹ ਵਾਲੀ ਥਾਂ ਤੋਂ ਨਿਕਲ ਆਇਆ। ਮੇਰਾ ਖਿਆਲ ਹੈ ਕਿ ਅੱਬੂ ਤਾਲਿਬ ਕਹਾਣੀ ਸੁਣਾਉਂਦਾ ਜ਼ਰਾ ਅਤੀ ਕਥਨੀ ਤੋਂ ਕੰਮ ਲੈ ਰਿਹਾ ਸੀ, ਪਰ ਫਿਰ ਵੀ ਸ਼ਾਨਦਾਰ ਦਿੱਖ ਮਾੜੀ ਕਿਤਾਬ ਨੂੰ ਨਹੀਂ ਬਚਾਏਗੀ। ਜੋਗ ਮੁਲੱਕਣ ਲਈ ਇੱਥੇ ਵੀ ਪਰਦਾ ਹਟਾਇਆ ਜਾਣਾ ਜ਼ਰੂਰੀ ਹੈ, ਕਿਉਂਕਿ ਇੱਕ ਸਮਾਂ ਸੀ ਜਦੋਂ ਪਹਾੜੀ ਇਲਾਕਿਆਂ ਵਿੱਚ ਔਰਤਾਂ ਦੇ ਸਥਾਨ ਤੇ ਉਹਨਾਂ ਵੱਲ ਆਦਮੀਆਂ ਦੇ ਵਤੀਰੇ ਨੂੰ ਪੱਖ ਦਾ ਮਸਲਾ ਅਸੂਲ ਦਾ ਸਵਾਲ ਬਣਾ ਦਿੱਤਾ ਗਿਆ ਸੀ। ਹੁਣ ਐਸਾ ਸਮਾਂ ਸੀ ਜਦੋਂ ਕੋਈ ਵੀ ਪਤੀ ਆਪਣੀ ਪਤਨੀ ਸਾਹਮਣੇ ਇੱਕ ਲਫ਼ਜ਼ ਵੀ ਕਹਿਣ ਦੀ ਹਿੰਮਤ ਨਹੀਂ ਸੀ ਕਰ ਸਕਦਾ। ਜਿੰਨਾ ਘਰ ਵਿੱਚ ਤਾਂ ਹੋਏ ਨਹੀਂ ਕਿ ਘਰ ਵਾਲੇ ਨੂੰ ਜ਼ਿਲ੍ਹਾ ਪਾਰਟੀ ਕਮੇਟੀ ਦੇ ਦਫ਼ਤਰ ਬੁਲਾ ਕੇ ਉਸਦੀ ਖੁੰਬ ਠੱਪ ਦਿੱਤੀ ਜਾਂਦੀ ਸੀ। ਜਦੋਂ ਸਭ ਤੋਂ ਪਹਿਲਾਂ ਜ਼ਿਲ੍ਹਾ ਕਮੇਟੀ ਦੇ ਸਾਰੇ ਅਮਲੇ ਨੂੰ ਡਾਂਟ ਡਪਟ ਕੀਤੀ ਗਈ ਤਾਂ ਕਿ ਕੋਈ ਸਮਝ ਨਾ ਕੀ ਰਹੇ ਕੀਤੀ ਗਈ ਹੈ। ਜਿੰਨਾ ਘਰ ਵਿੱਚ ਤਾਂ ਹੋਏ ਨਹੀਂ ਕਿ ਘਰ ਵਾਲੇ ਨੂੰ ਜ਼ਿਲ੍ਹਾ ਪਾਰਟੀ ਕਮੇਟੀ ਦੇ ਦਫ਼ਤਰ ਬੁਲਾ ਕੇ ਉਸਦੀ ਖੁੰਬ ਠੱਪ ਦਿੱਤੀ ਜਾਂਦੀ ਸੀ। ਸਭ ਤੋਂ ਪਹਿਲਾਂ ਜ਼ਿਲ੍ਹਾ ਕਮੇਟੀ ਦੇ ਸਾਰੇ ਅਮਲੇ ਨੂੰ ਡਾਂਟ ਡਪੇਟ ਕੀਤੀ ਗਈ ਤਾਂ ਕਿ ਕੋਈ ਸਮਝੇ ਨਾ ਕਿ ਰਾਇ ਕੀਤੀ ਗਈ ਹੈ। ਉਹ ਸਾਰਾ ਸਾਲ ਆਪਣੀ
ਉਹ ਸਾਰਾ ਸਾਲ ਪਹਾੜੀ ਔਰਤਾਂ ਦੀਆਂ ਕਾਨਫਰੰਸਾਂ ਹੁੰਦੀਆਂ ਰਹੀਆਂ ਸਨ, ਜਿਨ੍ਹਾਂ ਵਿੱਚ ਇੰਨੇ ਲਫ਼ਜ਼ ਬੋਲੇ ਗਏ ਜਿਨ੍ਹਾਂ ਦੂਜੀਆਂ ਸਾਰੀਆਂ ਕਾਂਗਰਸਾਂ ਵਿੱਚ ਮਿਲਾ ਕੇ ਨਹੀਂ ਬੋਲੇ ਗਏ ਹੋਣੇ। ਬਿਲਕੁਲ ਉਸੇ ਸਾਲ ਇੱਕ ਚੰਗੀ ਡੀਲ ਡੌਲ ਵਾਲੀ ਔਰਤ ਐਤਵਾਰੀ ਬਾਜ਼ਾਰ ਵਿੱਚ ਦਿਖਾਈ ਦੇਣ ਲੱਗੀ, ਜਿੱਥੇ ਉਹ ਐਸੀਆਂ ਚੀਜ਼ਾਂ ਵੇਚਦੀ ਜਿਨ੍ਹਾਂ ਦੀ ਮਨਾਹੀ ਸੀ। ਪੁਲਿਸ ਵਾਲਾ ਉਸ ਤੋਂ ਕਤਰਾਉਂਦਾ ਸੀ, ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਉਸ ਉੱਤੇ ਪਹਾੜੀ ਔਰਤ ਦੀ ਸਵੈਧੀਨਤਾ ਤੇ ਬਰਾਬਰੀ ਉੱਤੇ ਛਾਪਾ ਮਾਰਨ ਦਾ ਸ਼ੱਕ ਨਾ ਕੀਤਾ ਜਾਏ। ਤਾਂ ਵੀ ਤੀਜੇ ਐਤਵਾਰ ਉਸਨੂੰ ਹਲਕੀ ਜਿਹੀ ਚੇਤਾਵਨੀ ਦੇ ਦਿੱਤੀ ਤੇ ਪੰਜਵੇਂ ਐਤਵਾਰ ਉਸਨੇ ਫੜਨ ਦਾ ਤੇ ਥਾਣੇ ਲੈ ਕੇ ਜਾਣ ਦਾ ਫੈਸਲਾ ਕਰ ਲਿਆ। ਜਦੋਂ ਬਾਜ਼ਾਰ ਵਿੱਚੋਂ ਉਹਨੂੰ ਲਿਜਾ ਰਿਹਾ ਸੀ ਤਾਂ ਲੋਕ ਉਸ ਵੱਲ ਉਂਗਲਾਂ ਕਰ ਰਹੇ ਸਨ ਤੇ ਹੈਰਾਨ ਹੋ ਰਹੇ ਸਨ ਕਿ ਉਸਨੇ ਪਹਾੜਾਂ ਦੀ ਇੱਕ ਸਵੈਧੀਨ ਤੇ ਮੁਕਤੀ ਪਾ ਚੁੱਕੀ ਔਰਤ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਕਿਵੇਂ ਕੀਤੀ। ਬਾਜ਼ਾਰ ਦੇ ਭੀੜ ਭੜੱਕੇ ਵਿੱਚ ਉਹ ਔਰਤ ਉੱਤੇ ਭਰਮੀ ਨਜ਼ਰ ਵੀ ਨਹੀਂ ਸੀ ਮਾਰ ਸਕਿਆ, ਪਰ ਹੁਣ ਉਸਨੂੰ ਕੁਝ ਚੀਜ਼ਾਂ ਨਜ਼ਰੀ ਪਈਆਂ, ਜਿਵੇਂ ਕਿ ਵੱਡੇ ਵੱਡੇ ਬੂਟ ਜਿਹੜੇ ਘੱਗਰੇ ਦੇ ਹੇਠਾਂ ਦੀ ਦਿਖਾਈ ਦਿੰਦੇ ਸਨ। ਇਹਨਾਂ ਪਾਣੀਆਂ ਦਾ ਤਾਂ ਸੋਮਾ ਹੀ ਹੋਰ ਹੈ, ਪੁਲਿਸ ਵਾਲੇ ਨੇ ਸੋਚਿਆ ਤੇ ਔਰਤ ਦੇ ਮੂੰਹ ਉੱਤੇ ਘੁੰਡ ਲਾ ਮਾਰਿਆ। ਵਿੱਚੋਂ ਕੁਰਖਤ ਜਿਹੇ ਚਿਹਰੇ ਵਾਲਾ ਆਦਮੀ ਨਿਕਲਿਆ। ਡੇਲੇ ਬਾਹਰ ਨੂੰ ਨਿਕਲੇ ਹੋਏ, ਕੰਡੀਆਂ ਵਰਗੀਆਂ ਮੁੱਛਾਂ ਤੇ ਜਿਵੇਂ ਚਟਾਨਾਂ ਉੱਤੇ ਥੋਰ ਉੱਗੀ ਹੋਵੇ। ਕੁਝ ਕਲਾਕਾਰ ਵੀ, ਜਿਨ੍ਹਾਂ ਕੋਲ ਕਲਾ ਕੌਸ਼ਲਤਾ ਸਬਰ ਤੇ ਵਕਾਰ ਨਹੀਂ ਹੁੰਦੇ, ਆਪਣਾ ਮਾਲ ਵੇਚਣ ਦੀ ਭੇਸ ਧਾਰ ਲੈਂਦੇ ਹਨ ਤਾਂ ਕਿ ਵਿਚਾਰਾਂ ਦੀ ਕੰਗਾਲੀ ਰੂਪ ਦੇ ਚਮਕਦੇ ਵਰਕਾਂ ਹੇਠ ਲੁਕਾ ਸਕੇ। ਪਰ ਜੇ ਪੇਟ ਖਾਲੀ ਹੋਵੇ ਤਾਂ ਪਾਪਾ ਖਾਂ ਟੈਂ ਨਾਲ ਟੇਢਾ ਕਰਕੇ ਪਾਉਣ ਦਾ ਕੀ ਫਾਇਦਾ। ਇਸ ਤੋਂ ਛੁੱਟ ਲੱਕੜੀ ਦੀ ਛੁਰੀ ਕਿੰਨੀ ਵੀ ਖੂਬਸੂਰਤ ਹੋਵੇ, ਤੁਸੀਂ ਇਸ ਨਾਲ ਚੂਜੇ ਦਾ ਵੀ ਵਾਲ ਵਿੰਗਾ ਨਹੀਂ ਕਰ ਸਕਦੇ। ਸਭ ਤੋਂ ਵੱਧ ਇਹ ਵਾਸਤੇ ਮੀਂਹ ਦੇ ਧਾਗੇ ਹੀ ਕੱਟ ਸਕਦੀ ਹੈ ਤੇ ਇਸ ਤੋਂ